ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਦਾਹਰਣ ਹੈ। ਬਲਿਓ ਚਿਰਾਗ ਅੰਧਾਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਹਜ਼ੂਰੀ ਵਿੱਚ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦਿੱਲੀ ਵਿਖੇ ਆਪ ਸਰਬੱਤ ਸੰਗਤਾਂ ਸੱਜ ਬੈਠੇ ਹੋ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੁਣਾਂ ਨੇ ਆਪ ਸੰਗਤ ਨੂੰ ਤੁਰਕੀ ਬਾਣੀ ਦਾ ਫੁਰਮਾਨ ਸਰਵਣ ਕਰਵਾਇਆ ਹੈ। ਆਓ ਇਸ ਅਗੰਮੀ ਬਾਣੀ ਦੀ ਵਿਚਾਰ ਨਾਲ ਜੁੜ ਕੇ ਆਪਣੇ ਸਮੇਂ ਨੂੰ, ਜੀਵਨ ਨੂੰ ਸਫਲਾ ਕਰੀਏ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਦੀ ਇਹ ਪਵਿੱਤਰ ਬਾਣੀ ਜਪਜੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਆਦਿ ਬਾਣੀ ਵਜੋਂ ਦਰਜ ਹੈ। ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ ਨੂੰ ਜਦੋਂ ਆਪਾਂ ਬਿਆਨ ਕਰਦੇ ਹਾਂ, ਮਹਾਰਾਜ ਕਹਿੰਦੇ ਨੇ ਬਲਿਓ ਚਿਰਾਗ ਅੰਧਾਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ। ਪਰਮਾਤਮਾ ਅਕਾਲ ਪੁਰਖ ਅਗਿਆਨ ਦਾ ਖੁਰਾ ਖੋਜ ਮਿਟਾਉਣ ਦੇ ਲਈ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਇਸ ਰੂਹੇ ਜ਼ਮੀਨ 'ਤੇ ਪ੍ਰਗਟ ਹੋਇਆ ਹੈ। ਗੁਰੂ ਨਾਨਕ ਦਾ ਪ੍ਰਕਾਸ਼ ਇਉਂ ਹੈ ਜਿਵੇਂ ਗੁਬਾਰ ਦੇ ਵਿੱਚ ਕੋਈ ਚਿਰਾਗ ਬਲ ਪਵੇ, ਹਨੇਰੇ ਵਿੱਚ ਕੋਈ ਰੌਸ਼ਨੀ ਪ੍ਰਗਟ ਹੋ ਜਾਵੇ। ਸੰਸਾਰ ਵਿੱਚ ਜੋ ਅਗਿਆਨ ਦਾ, ਪਾਪਾਂ ਦਾ ਹਨੇਰਾ ਸੀ, ਗੁਰੂ ਨਾਨਕ ਸਾਹਿਬ ਗਿਆਨ ਦੇ ਅਵਤਾਰ ਪ੍ਰਗਟ ਹੋਏ। ਔਰ ਮਹਾਰਾਜ ਕਹਿੰਦੇ, ਹੈ ਮਹਾਪੁਰਸ਼ੋ ਸੰਤ ਜਨੋ, ਗੁਰੂ ਨਾਨਕ ਅਤੇ ਪ੍ਰਮਾਤਮਾ ਦੇ ਵਿੱਚ ਰੰਚਕ ਮਾਤਰ ਵੀ ਫਰਕ ਨਹੀਂ ਹੈ। ਇੱਕ ਨਿਰਗੁਣ ਜੋਤ ਹੈ, ਦੂਸਰਾ ਸਰਗੁਣ ਚੋਲਾ ਹੈ। The Lord is revealed in all the worlds. He himself is called Guru Nanak। ਜੋ ਪਰਮੇਸ਼ਵਰ ਹਰ ਜ਼ਰੇ 'ਚ ਪ੍ਰਗਟ ਹੈ, ਖੰਡਾਂ ਬ੍ਰਹਿਮੰਡਾਂ ਵਿੱਚ ਪ੍ਰਗਟ ਹੈ, ਗੁਰੂ ਨਾਨਕ ਬਣ ਕੇ ਦੁਨੀਆ 'ਤੇ ਆਇਆ। ਭਾਈ ਸਾਹਿਬ ਭਾਈ ਨੰਦ ਲਾਲ ਨੇ ਫਾਰਸੀ ਵਿੱਚ ਬਚਨ ਕਹੇ ਨੇ, ਹਮਾ ਨਾਸੂਤੀਆ ਮਾਲਾਇਕ ਜੋ
ਜ਼ਲਵੈ ਸ਼ਦਾ ਬਾ ਤਹਿਤੋ ਫੌਕ ਨਿਕੋ। ਹੈ ਗੁਰੂ ਨਾਨਕ ਸਾਹਿਬ, ਤੁਸੀਂ ਆਪਣੇ ਮੁਰੀਦਾਂ ਨੂੰ ਨਾਸੂਤੀਆਂ ਸੰਸਾਰੀ ਲੋਕਾਂ ਲਈ ਵਰਤਿਆ ਗਿਆ ਲਫ਼ਜ਼ ਹੈ। ਮਲਕ ਬਣਾ ਦਿੰਦੇ ਹੋ, ਦੇਵਤੇ ਬਣਾ ਦਿੰਦੇ ਹੋ, ਜੋ ਅਗਿਆਨਤਾ ਕਰਕੇ ਪਸ਼ੂਆਂ ਵਾਲੀ ਸਾਡੀ ਬਿਰਤੀ ਹੈ, ਗਿਆਨ ਬਖਸ਼ ਕੇ ਮਿਟਾ ਦਿੰਦੇ ਹੋ। ਸਤ ਸੰਤੋਖ ਦਇਆ ਧਰਮ ਮਹਾਨ ਗੁਣ ਬਖਸ਼ ਦਿੰਦੇ ਹੋ। ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਔਰ ਗੁਰੂ ਨਾਨਕ ਸਾਹਿਬ ਜਲਵੈਸ਼ ਭਾਵ ਤੇਰਾ ਜਿਹੜਾ ਪ੍ਰਕਾਸ਼ ਹੈ ਇਸ ਲੋਕ ਵਿੱਚ ਵੀ ਪ੍ਰਗਟ ਹੈ ਤੇ ਪਰਲੋਕ ਵਿੱਚ ਵੀ ਪ੍ਰਗਟ ਹੈ। ਭਾਵ ਇਸ ਲੋਕ ਵਿੱਚ ਤੂੰ ਗੁਰੂ ਨਾਨਕ ਹੈ ਤੇ ਪਰਲੋਕ ਵਿੱਚ ਤੂੰ ਹੀ ਅਕਾਲ ਪੁਰਖ ਹੈ। ਤਾਂ ਹੀ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਕਰ ਮਿਲੇਗਾ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਸਾਡੇ ਅੰਦਰ ਜੋ ਜੋਤ ਹੈ ਉਹ ਕਹਿ ਦਿੰਦੇ ਹਨ ਅਕਾਲ ਪੁਰਖ ਦੀ ਇਹ ਅਗੰਮੀ ਜੋਤ ਹੈ। ਤੋ ਕਹਿੰਦੇ ਉਹ ਜਿਹੜਾ ਜੋਤ ਸਰੂਪ ਹੈ ਦਾ ਐਮਬੋਡੀਮੈਂਟ ਆਫ ਲਾਈਟ, ਉਹੀ ਗੁਰੂ ਨਾਨਕ ਬਣ ਕੇ ਦੁਨੀਆ ਤੇ ਆਇਆ ਹੈ। ਅਕਾਲ ਪੁਰਖ he himself is called ਗੁਰੂ ਨਾਨਕ। ਸੋ ਐਸੇ ਗੁਰੂ ਨਾਨਕ ਸਾਹਿਬ ਸਾਡੇ ਰੋਗ ਸੋਗ ਮਿਟਾਉਣ ਲਈ ਇਸ ਰੂਹੇ ਜ਼ਮੀਨ ਤੇ ਪ੍ਰਗਟ ਹੋਏ। ਔਰ ਜਿਸ ਬਾਣੀ ਦੀ ਆਪਾਂ ਵਿਆਖਿਆ ਕਰ ਰਹੇ ਹਾਂ ਉਹ ਬਾਣੀ ਲੈ ਕੇ ਆਏ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਔਰ ਜਿਹੜਾ ਵੀ ਅਕਾਲ ਪੁਰਖ ਦੀ ਇਸ ਬਾਣੀ ਨੂੰ ਸੁਣੇਗਾ, ਪੜ੍ਹੇਗਾ, ਜ਼ਿਹਨ ਵਿੱਚ ਟਿਕਾਵੇਗਾ, ਜੀਵਨ ਵਿੱਚ ਧਾਰੇਗਾ, ਉਹ 84 ਲੱਖ ਜੂਨਾਂ ਤੋਂ ਵੀ ਨਿਜਾਤ ਪਾਵੇਗਾ, ਰੋਗਾਂ ਸੋਗਾਂ ਤੋਂ ਵੀ ਮੁਕਤੀ ਪਾਵੇਗਾ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ ਗੁਰ ਨਾਨਕ, ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਉਹ ਗਰਭ ਵਿੱਚ ਨਹੀਂ ਆਵੇਗਾ, ਜੰਮਣ ਮਰਨ ਵਿੱਚ ਨਹੀਂ ਆਵੇਗਾ ਜਿਹੜਾ ਗੁਰੂ ਨਾਨਕ ਦੀ ਬਾਣੀ ਗਾਵੇਗਾ। ਔਰ ਐਸੀ ਇਹ ਬਾਣੀ ਜਪਜੀ ਸਾਹਿਬ ਹੈ। ਵੇਖੋ ਆਗਾਜ਼ ਇੱਕ ਓੰਕਾਰ ਤੋਂ ਮਹਾਰਾਜ ਇਸ ਬਾਣੀ ਦਾ ਕਰਦੇ ਨੇ। ਦੁਨੀਆ ਦੇ ਵਿੱਚ ਓੰਗ ਲਫ਼ਜ਼ ਪ੍ਰਗਟ ਸੀ ਔਰ ਓੰਗ ਦਾ ਜਿਹੜਾ ਅਰਥ ਹੈ, ਬੜੇ ਬੜੇ ਸਨਾਤਨੀ ਵਿਦਵਾਨ, ਵਿਆਕਰਣ ਦੇ ਪੰਡਤ, ਸਿੱਖ ਜਗਤ ਦੇ ਫਿਲਾਸਫਰ ਇਹੀ ਕਰਦੇ ਨੇ ਵੀ ਇਹ ਤਿੰਨਾਂ ਅਲਫਾਜ਼ਾਂ ਦਾ ਰੂਪ ਹੈ, ਆਕਾਰ ਓਕਾਰ ਮਾਕਾਰ। ਭਾਵ ਪੈਦਾਇਸ਼, ਪਾਲਣਾ ਤੇ ਲੈਤਾ। ਔਰ ਸਨਾਤਨ ਮਤ ਨੇ ਇਹ ਤਿੰਨ ਕਰਮ ਤਿੰਨਾਂ ਤਾਕਤਾਂ ਦੇ ਹੱਥੀਂ ਦੇ ਦਿੱਤੇ। ਕਹਿੰਦੇ ਜੀ ਪੈਦਾਇਸ਼ ਬ੍ਰਹਮਾ ਜੀ ਕਰਦੇ ਨੇ, ਪਰਵਰਿਸ਼ ਵਿਸ਼ਨੂੰ ਮਹਾਰਾਜ ਕਰਦੇ ਨੇ, ਲੈਤਾ ਸ਼ਿਵ ਜੀ ਮਹਾਰਾਜ ਕਰਦੇ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਠੀਕ ਹੈ, ਓੰਕਾਰ ਦੀ ਧੁਨ ਸਮਾਧੀ ਲੀਨ ਹੋਇਆਂ ਸਭ ਮਹਾਂਪੁਰਸ਼ਾਂ ਨੂੰ ਸੁਣਾਈ ਦਿੰਦੀ ਹੈ, ਪਰ ਇਹ ਤਿੰਨ ਨਹੀਂ। ਓੰਕਾਰ ਦੇ ਅੱਗੇ ਇੱਕ ਲਾ ਦਿੱਤਾ, ਇੱਕ ਹੀ ਪਰਮੇਸ਼ਵਰ ਹੈ। ਉਹਦੇ ਹੁਕਮ ਦੇ ਵਿੱਚ ਹੀ ਪੈਦਾਇਸ਼ ਹੈ, ਜੰਮਣਾ ਹੈ, ਪਰਵਰਿਸ਼ ਹੈ, ਮਰਨ ਹੈ। ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ ਚਿਤ। ਪਰਮਾਤਮਾ ਤੋਂ ਹੀ ਬ੍ਰਹਮਾ ਪੈਦਾ ਹੋਏ, ਉਸੇ ਪਰਮਾਤਮਾ ਨੂੰ ਹੀ ਚਿੱਤ ਵਿੱਚ ਬ੍ਰਹਮਾ ਨੇ ਵਸਾਇਆ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਵਿਸਥਾਰ ਕਰਦੇ ਨੇ, ਚੌਪਈ ਸਾਹਿਬ ਪੜ੍ਹਿਓ, ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸਾ। ਸੋ ਸਭਨਾਂ ਦਾ ਮਾਲਕ ਇੱਕ ਹੈ। ਪੈਦਾਇਸ਼ ਵੀ ਉਹੀ ਇੱਕ ਕਰਦਾ ਹੈ, ਪਰਵਰਿਸ਼ ਵੀ ਉਹੀ ਕਰਦਾ ਹੈ,
ਲੈਤਾ ਵੀ ਉਹੀ ਕਰਦਾ ਹੈ, ਖਾਤਮਾ ਵੀ ਸਾਡਾ ਉਹੀ ਕਰੇਗਾ। ਜਗਤ ਦਾ ਵਜੂਦ ਇੱਕ ਹੈ। 100 ਮੰਜ਼ਲਾਂ ਉੱਪਰ ਖੜੀਆਂ ਕਰ ਦੋ, ਬਿਲਡਿੰਗ ਦੇ ਵਜੂਦ ਇੱਕ ਹੁੰਦਾ ਹੈ। ਸੋ ਉਸ ਇੱਕ ਦੀ ਉਪਮਾ ਇੱਕ ਓੰਕਾਰ ਦਾ ਵਿਸਥਾਰ ਮੂਲ ਮੰਤਰ ਹੈ। ਮੂਲ ਮੰਤਰ ਦਾ ਵਿਸਥਾਰ ਜਪਜੀ ਸਾਹਿਬ ਹੈ। ਜਪਜੀ ਸਾਹਿਬ ਦਾ ਵਿਸਥਾਰ ਸ਼੍ਰੀ ਆਦਿ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਹੈ। ਸ਼੍ਰੀ ਆਦਿ ਗ੍ਰੰਥ ਸਾਹਿਬ ਦਾ ਵਿਸਥਾਰ ਸ਼੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਹੈ, ਭਾਈ ਨੰਦ ਲਾਲ ਜੀ ਦੀ ਬਾਣੀ ਹੈ, ਭਾਈ ਗੁਰਦਾਸ ਜੀ ਦੀ ਬਾਣੀ ਹੈ। ਸੋ ਇੱਕ ਪਰਮਾਤਮਾ ਦੇ ਅਨੇਕ ਗੁਣ ਬਾਣੀ ਵਿੱਚ ਬਿਆਨ ਕੀਤੇ ਨੇ। ਇੱਕ ਓੰਕਾਰ ਪ੍ਰਭੂ ਦਾ ਜੋ ਸਰੂਪ ਹੈ, ਉਹਦਾ ਵਿਸਥਾਰ ਕਰਦੇ ਹੋਏ ਦੀਨ ਦੁਨੀਆ ਦੇ ਮਾਲਕ ਇਹ ਜਪਜੀ ਸਾਹਿਬ ਬਾਣੀ ਪ੍ਰਗਟ ਕਰਦੇ ਨੇ। ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਣੈ ਕਮਾਵੈ ਸੋ ਉਤਰੈ ਪਾਰ। ਜਨਮ ਨਾ ਮਰੈ ਨਾ ਆਵੈ ਨਾ ਜਾਏ, ਹਰ ਛੇਤੀ ਉਹ ਰਹਿ ਸਮਾਏ। ਤੇ ਜਿਹੜਾ ਇਸ ਬਾਣੀ ਨੂੰ ਪੜ੍ਹੇਗਾ, ਵਿਚਾਰੇਗਾ, ਜੀਵਨ ਵਿੱਚ ਧਾਰ ਲਵੇਗਾ, ਉਹ ਅਕਾਲ ਪੁਰਖ ਵਿੱਚ ਅਭੇਦ ਹੋਵੇਗਾ, ਉਹਦਾ ਜੰਮਣ ਮਰਨ ਮਿਟ ਜਾਵੇਗਾ। ਜਪਜੀ ਸਾਹਿਬ ਦੀ ਦੂਸਰੀ ਪੌੜੀ ਦੀ ਵਿਆਖਿਆ ਆਪ ਸੰਗਤ ਨੇ ਕੱਲ ਸਰਵਣ ਕੀਤੀ, ਜਿਹਦੇ ਵਿੱਚ ਪਰਮ ਈਸ਼ਵਰ ਦੇ ਹੁਕਮ ਨੂੰ ਬਿਆਨ ਕੀਤਾ ਗਿਆ ਹੈ। ਮਹਾਰਾਜ ਕਹਿੰਦੇ ਉਹਦੇ ਹੁਕਮ ਵਿੱਚ ਆਕਾਰ ਨੇ, ਉਹਦੇ ਹੁਕਮ ਵਿੱਚ ਪਰਵਰਿਸ਼ ਹੈ, ਉਹਦੇ ਹੁਕਮ ਵਿੱਚ ਸੁੱਖ ਦੁੱਖ ਨੇ, ਉਹਦੇ ਹੁਕਮ ਵਿੱਚ ਝੋਲੀਆਂ ਭਰਦੀਆਂ ਨੇ, ਉਹਦੇ ਹੁਕਮ ਵਿੱਚ ਊਚ ਨੀਚ ਹੈ, ਉਹਦੇ ਹੁਕਮ ਵਿੱਚ ਹੀ ਖਾਤਮਾ ਹੈ। ਸੋ ਉਹ ਜਿਹੜਾ ਪਰਮਾਤਮਾ ਹੈ, ਉਸ ਦਾ ਹੁਕਮ, ਉਸ ਦਾ ਜਸ, ਉਸ ਦੀ ਵਡਿਆਈ, ਗਤ, ਮਰਿਆਦਾ, ਉਹਦਾ ਸਿਧਾਂਤ ਇਸ ਤੀਜੀ ਪੌੜੀ ਵਿੱਚ ਪ੍ਰਗਟ ਕੀਤਾ ਹੈ। ਇੱਥੇ ਮਹਾਰਾਜ ਦੱਸਦੇ ਨੇ ਉਸ ਬੇਅੰਤ ਅਕਾਲ ਪੁਰਖ ਦੀ ਵਡਿਆਈ ਇਤਨੀ ਮਹਾਨ ਹੈ, ਬੁਲੰਦ ਹੈ, ਸਭੇ ਹੀ ਗਾਉਂਦੇ ਨੇ ਪਰ ਅੰਤ ਨਹੀਂ ਪਾ ਸਕੇ। ਸੋ ਜਿਤਨੀ ਵੀ ਲੋਕਾਈ ਹੈ ਉਹਦੇ ਗੀਤ ਗਾਉਂਦੀ ਹੈ। ਗੀਤ ਗਾਉਣ ਵਾਲਿਆਂ ਬਾਬਤ ਚਾਨਣਾ ਪਾਉਂਦੇ ਨੇ ਗੁਰੂ ਨਾਨਕ ਸਾਹਿਬ, ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਦੇਖੋ ਬਾਣੀ ਦੇ ਬੇਅੰਤ ਅਰਥ ਹੁੰਦੇ ਨੇ। ਵਿਸ਼ੇਸ਼ ਤੌਰ ਤੇ ਇਹ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਬਾਣੀ ਹੈ। ਉਸ ਸਮੇਂ ਦੁਨੀਆ ਵਿੱਚ ਸਭ ਤੋਂ ਗਿਆਨਵਾਨ, ਸਮਝੇ ਜਾਣ ਵਾਲੇ ਸਿੱਧ ਜਨ ਸੁਮੇਰ ਪਰਬਤ ਤੇ, ਜਿਨ੍ਹਾਂ ਨੂੰ ਸਿੱਖਿਆ ਦਿੰਦਿਆਂ ਮਹਾਰਾਜ ਨੇ ਇਹ ਬੋਲ ਪ੍ਰਗਟ ਕੀਤੇ। ਸਿੱਧਾਂ ਨੇ ਪੁੱਛਿਆ, ਮਹਾਰਾਜ ਕੀ ਅਕਾਲ ਪੁਰਖ ਦੇ ਹੁਕਮ ਦਾ ਅੰਤ ਪਾਇਆ ਜਾ ਸਕਦਾ ਹੈ? ਕੀ ਉਹਦੇ ਗੁਣਾਂ ਦਾ ਅੰਤ ਆ ਸਕਦਾ ਹੈ? ਕੀ ਕੋਈ ਹੈ ਜਿਹੜਾ ਉਸ ਦੀ ਗਤ ਨੂੰ ਸਮੁੱਚੇ ਤੌਰ ਤੇ ਬਿਆਨ ਕਰ ਦਵੇ? ਤੋ ਮਹਾਰਾਜ ਇੱਥੇ ਕਹਿੰਦੇ ਨੇ, ਜਿਤਨਾ ਕੁ ਕਿਸੇ ਨੂੰ ਤਾਣ ਮਿਲਿਆ ਹੈ, ਜਿਤਨਾ ਕੁ ਕਿਸੇ ਦੇ ਪਾਸ ਬਲ ਹੈ, ਸ਼ਬਦ ਜਾਲ ਹੈ, ਵਾਕ ਛਲ ਹੈ, ਤਾਕਤ ਹੈ, ਪਰਾਕਰਮ ਹੈ, ਉਹ ਅਕਾਲ ਪੁਰਖ ਨੂੰ ਗਾ ਰਿਹਾ ਹੈ। ਪਰਮਾਤਮਾ ਦੇ ਜ਼ੋਰ ਨੂੰ ਵੇਖ ਕੇ ਵੀ ਕਈ ਉਹਦੇ ਗੁਣ ਗਾਉਂਦੇ ਨੇ, ਉਹਦੀ ਅਜ਼ਮਤ ਨੂੰ ਵੇਖ ਕੇ, ਉਹਦੀ ਤਾਕਤ ਨੂੰ ਵੇਖ ਕੇ। ਖੰਡਾਂ ਬ੍ਰਹਿਮੰਡਾਂ ਤੇ ਉਹਦਾ ਰਾਜ ਹੈ। ਇੱਕ ਭਾਵ ਇਹਦਾ ਇਹ ਵੀ ਹੈ, ਕੋ ਤਾਣ ਹੈ ਕਿਸੇ ਵਿੱਚ ਤਾਣ ਜੋ ਪਰਮਾਤਮਾ ਨੂੰ ਗਾ ਸਕੇ? ਕਹਿੰਦੇ ਨਹੀਂ। ਕਿਆ ਮਨੁੱਖ ਕਹੋ ਕਿਆ ਜੋਰ, ਝੂਠਾ ਮਾਇਆ ਕਾ ਸਭ ਸੋਰ। ਇਹ ਸਾਰੀ ਮਾਇਆ ਦੀ ਝੂਠੀ ਫੂਫਾ ਹੈ। ਕੋਈ ਗਿਆਨ ਕੰਮ ਨਹੀਂ ਆਉਂਦਾ ਉਹਦੇ ਗੀਤਾਂ ਦਾ ਅੰਤ ਪਾਉਣ ਦੇ ਲਈ। ਉਹਦੀ ਬਣਾਈ ਸ੍ਰਿਸ਼ਟੀ ਉਹਦਾ ਅੰਤ ਨਹੀਂ ਪਾ ਸਕਦੀ। ਮੂਰਤੀ ਚਿੱਤਰਕਾਰ ਨੂੰ ਬਿਆਨ ਨਹੀਂ ਕਰ ਸਕਦੀ। ਇਹ ਕੁਦਰਤ ਉਹਦਾ ਅੰਤ ਨਹੀਂ ਜਾਣ ਸਕਦੀ। ਕਰਤਾ ਸਭ ਕੋ ਤੇਰਾ ਜੋਰ,
ਮਹਾਰਾਜ ਕਹਿੰਦੇ ਨੇ ਏਕ ਸ਼ਬਦ ਵਿਚਾਰੀਐ ਜਾ ਤੂੰ ਤਾ ਕਿਆ ਹੋਰ, ਐ ਅਕਾਲ ਪੁਰਖ ਸਭ ਤੇਰਾ ਹੀ ਜੋਰ ਹੈ। ਤੇਰੇ ਤੋਂ ਬਿਨਾਂ ਦੁਨੀਆ ਤੇ ਕੁਝ ਵੀ ਨਹੀਂ। ਤੇਰੇ ਤਾਣ ਨੂੰ ਦੁਨੀਆ ਬਿਆਨ ਕਰ ਰਹੀ ਹੈ, ਪਰ ਤੇਰਾ ਅੰਤ ਕੋਈ ਪਾ ਨਹੀਂ ਸਕਦਾ। ਤੂੰ ਬੇਅੰਤ ਹੈ। ਅੱਗੇ ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ, ਗਾਵੈ ਕੋ ਦਾਤ ਜਾਣੈ ਨੀਸਾਨ। ਦਾਤ ਦਾ ਭਾਵ ਹੈ ਜੋ ਸਾਨੂੰ ਵਸਤੂਆਂ ਦਾਨ ਵਿੱਚ ਬਖਸ਼ਦਾ ਹੈ, ਜਿਹਦਾ ਕੋਈ ਅਸੀਂ ਮੁੱਲ ਅਦਾ ਨਹੀਂ ਕਰਦੇ। ਇਹ ਸਵਾਸ ਬਖਸ਼ੇ, ਇਹ ਨੇਤਰਾਂ ਦੀ ਰੌਸ਼ਨੀ ਬਖਸ਼ੀ, ਇਹ ਨੈਚੁਰਲ ਰਿਸੋਰਸਿਸ ਸਾਡਾ ਜੀਵਨ ਸੁਖਾਲਾ ਗੁਜ਼ਰੇ ਇਸ ਧਰਤੀ 'ਤੇ ਦਿੱਤੇ ਹੋਏ ਨੇ, ਖੰਡਾਂ ਬ੍ਰਹਿਮੰਡਾਂ ਵਿੱਚ ਬਖਸ਼ੇ ਹੋਏ ਨੇ। ਸੂਰਜ ਦੀ ਰੌਸ਼ਨੀ ਬਖਸ਼ੀ ਹੈ, ਚੰਦ ਦੀ ਰੌਸ਼ਨੀ ਬਖਸ਼ੀ ਹੈ, ਇਹ ਵਾਯੂ ਬਖਸ਼ੀ ਹੈ। ਜਿੱਦਣ ਬੰਦੇ ਦੇ ਹੱਥ ਆ ਗਈ ਇਹ ਵਾਯੂ, ਤੇ ਤੁਸੀਂ ਵੇਖਿਆ ਹੈ ਕਰੋਨਾ ਵਰਗੀ ਮਹਾਮਾਰੀ ਵਿੱਚ 2-2 ਹਜ਼ਾਰ ਵਾਲੇ ਆਕਸੀਜਨ ਦੇ ਸਿਲੰਡਰ 50-50 ਹਜ਼ਾਰ ਦੇ ਵੇਚਤੇ ਬੰਦੇ ਨੇ। ਪਰਮਾਤਮਾ ਇਸ ਆਕਸੀਜਨ ਦਾ, ਇਹਨਾਂ ਸਾਹਾਂ ਦਾ ਕੋਈ ਵੀ ਮੁੱਲ ਨਹੀਂ ਲੈਂਦਾ ਸਾਡੇ ਕੋਲੋਂ। ਕੁਝ ਉਸ ਨੂੰ ਗਾਉਂਦੇ ਨੇ ਉਹਦਾ ਦਾਨ ਵੇਖ ਕੇ, ਵੀ ਸਾਨੂੰ ਉਹ ਦਾਤਾਂ ਦਿੰਦਾ ਹੈ। ਉਹਦੀ ਵਡਿਆਈ ਕੁਝ ਲੋਕ ਇਸ ਤਰ੍ਹਾਂ ਕਰਦੇ ਨੇ। ਇਹਨਾਂ ਦਾਤਾਂ ਨੂੰ ਰੱਬ ਦੀ ਰਹਿਮਤ ਦਾ ਨਿਸ਼ਾਨ ਸਮਝ ਕੇ ਗਾਇਆ ਜਾ ਰਿਹਾ ਹੈ। ਐ ਮਹਾਰਾਜ, ਤੇਰੀਆਂ ਦਾਤਾਂ ਬੇਅੰਤ ਨੇ। ਤੇਰੇ ਦਿੱਤੇ ਹੋਏ ਦਾਨ ਨੂੰ ਜਦੋਂ ਅਸੀਂ ਜ਼ਿਹਨ ਵਿੱਚ ਯਾਦ ਕਰਦੇ ਹਾਂ ਤਾਂ ਤੇਰੀ ਵਡਿਆਈ ਸਾਡੇ ਮੂੰਹੋਂ ਪ੍ਰਗਟ ਹੋ ਜਾਂਦੀ ਹੈ। ਤੇਰੀ ਅਸੀਂ ਜੈ ਜੈਕਾਰ ਕਰਦੇ ਹਾਂ। ਕੇਤੀਆ ਤੇਰੀਆ ਕੁਦਰਤੀ, ਕੇਵਡ ਤੇਰੀ ਦਾਤ, ਕੇਤੇ ਤੇਰੇ ਜੀਅ ਜੰਤ ਸਿਫਤ ਕਰ ਹੈ ਦਿਨ ਰਾਤ। ਇਹ ਸਭ ਜੀਵ ਜੰਤ ਤੇਰੀਆਂ ਦਿੱਤੀਆਂ ਦਾਤਾਂ ਨੂੰ ਯਾਦ ਕਰਦੇ ਹੋਏ ਤੇਰੇ ਗੀਤ ਗਾਉਂਦੇ ਨੇ, ਤੇਰੀ ਵਡਿਆਈ ਕਰਦੇ ਨੇ। ਕੋਈ ਸਾਹਮਣੇ ਅਰਦਾਸ ਕਰਕੇ ਮੰਗ ਲੈਂਦਾ ਹੈ, ਕੋਈ ਚਾਰ ਦੀਵਾਰੀ ਵਿੱਚ ਮੰਗ ਲੈਂਦਾ ਹੈ ਸਾਰੇ ਹੀ ਮੰਗਤੇ, ਭਾਵੇਂ ਕੋਈ ਰਾਜਾ ਹੈ ਤੇ ਭਾਵੇਂ ਕੋਈ ਭਿਖਾਰੀ ਹੈ। ਇੱਕ ਸ਼ਾਇਰ ਕਹਿੰਦਾ ਹੈ, ਨਹੀਂ ਆਪਣੇ ਕਿਸੀ ਮਕਸਦ ਸੇ ਖਾਲੀ, कोई भी सिजदा खुदा के नाम से करता है इंसान बंदगी अपनी। ਕਹਿਣ ਨੂੰ ਤੇ ਕਹਿ ਦਿੰਦੇ ਆ ਰੱਬ ਨੂੰ ਪਾਉਣ ਲਈ ਬੰਦਗੀ ਕਰਦੇ ਆ, ਪਰ ਅੰਦਰ ਖਾਤੇ ਆਪਾਂ ਨੂੰ ਪਤਾ ਹੈ ਸਾਰੇ ਹੀ ਕੁਝ ਨਾ ਕੁਝ ਮੰਗਣ ਆਉਣੇ ਆ। ਸ਼ੁਕਰੀਆ ਅਦਾ ਤੇ ਕਰੋੜਾਂ 'ਚ ਕੋਈ ਇੱਕ ਅੱਧਾ ਕਰਦਾ ਹੈ ਵੀ ਔਕਾਤ ਤੋਂ ਵੱਧ ਰੱਬਾ ਦਿੱਤਾ ਹੈ, ਬਾਕੀ ਤਾਂ ਸਭ ਮੰਗਤੇ ਹੀ ਨੇ। ਗੁਲਾਮਾਂ ਹੀ ਦੇਣ ਆਉਂਦੇ ਨੇ, ਆਹ ਨਹੀਂ ਦਿੱਤਾ ਤੇ ਉਹ ਨਹੀਂ ਦਿੱਤਾ। ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਏ, ਸੋ ਸਾਰੇ ਤੇਰੇ ਦਰ ਦੇ ਮੰਗਤੇ ਨੇ। ਤੂੰ ਦਾਤਾਂ ਦਿੰਦਾ ਹੈ, ਔਰ ਤੇਰੇ ਦਿੱਤੇ ਹੋਏ ਦਾਨ ਨੂੰ ਜਦੋਂ ਅਸੀਂ ਵਿਚਾਰਦੇ ਹਾਂ, ਦੇਖਦੇ ਹਾਂ, ਤੋ ਮੂੰਹੋਂ ਤੇਰੇ ਗੀਤ ਫੁੱਟ ਪੈਂਦੇ ਨੇ। ਤੇਰੀ ਜੈ ਜੈਕਾਰ ਸਾਡੇ ਮੂੰਹੋਂ ਆਪ ਮੁਹਾਰੇ ਨਿਕਲਦੀ ਹੈ। ਸੋ ਦੂਸਰਾ ਭਾਵ ਇਹਦਾ ਇਹ ਵੀ ਹੈ, ਉਹੀ ਗਾ ਸਕਦਾ ਹੈ ਤੈਨੂੰ ਜਿਸ ਨੂੰ ਤੂੰ ਗਾਉਣ ਦੀ ਦਾਤ ਦਿੱਤੀ ਹੈ। ਆਮ ਹੀ ਆਪਾਂ ਕਹਿੰਦੇ ਸੁਣੇ ਨੇ ਨਾ, ਕਈ ਜਗਿਆਸੂ ਜੀ ਅੰਮ੍ਰਿਤ ਵੇਲੇ ਉੱਠਣ ਦਾ ਯਤਨ ਕਰੀਦਾ ਪਰ ਗਾਇਆ ਹੀ ਨਹੀਂ ਜਾਂਦਾ। ਕਰਮਾਂ ਵਾਲੇ ਗਾ ਪਾਉਂਦੇ ਨੇ, ਜਿਨ੍ਹਾਂ 'ਤੇ ਨਦਰ ਹੈ ਅਕਾਲ ਪੁਰਖ ਦੀ, ਉਹਨਾਂ ਹੀ ਤੇਰੇ ਗੀਤ ਗਾਏ ਨੇ। ਔਰ ਜਿਨ੍ਹਾਂ ਗੀਤ ਗਾਏ ਉਹਨਾਂ ਦੇ ਮਸਤਕ 'ਤੇ ਵਡਿਆਈ ਦਾ ਨਿਸ਼ਾਨ ਪ੍ਰਗਟ ਹੋ ਗਿਆ। ਉਹ ਮਹਾਂਪੁਰਸ਼ ਹੋ ਨਿਬੜੇ, ਉਹਨਾਂ ਦੀ ਜੈ ਜੈਕਾਰ ਹੋਈ। ਅੱਗੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਗਾਵੈ ਕੋ ਗੁਣ ਵਡਿਆਈਆ ਚਾਰ। ਐ ਪਰਮ ਈਸ਼ਵਰ, ਕੁਝ ਤੇਰੇ ਗੁਣਾਂ ਨੂੰ ਯਾਦ ਕਰਕੇ ਤੇਰੀਆਂ ਵਡਿਆਈਆਂ ਗਾਉਂਦੇ ਨੇ। ਗੁਣ ਕੀ ਹੁੰਦਾ ਹੈ? ਵਿਸ਼ੇਸ਼ਣ,
ਸਿਫਤੋ ਸਲਾਹਾ ਨੇਕ ਅਮਲ। ਪਰਮਾਤਮਾ ਆਪਣੇ ਤੇ ਗੁਣ ਕਰਦਾ ਹੈ ਤਾਂ ਆਪਾਂ ਉਹਦੀ ਵਡਿਆਈ ਗਾਉਂਦੇ ਹਾਂ। ਚਾਰ ਦਾ ਮਤਲਬ ਹੁੰਦਾ ਬਹੁਤ ਸੁੰਦਰ। ਉਹਦੀਆਂ ਵਡਿਆਈਆਂ ਬੜੀਆਂ ਸੁੰਦਰ ਨੇ, ਬੜੀ ਮਹਾਨ ਉਹਦੀ ਉਪਮਾ ਹੈ। ਚਾਰ ਤੋਂ ਭਾਵ ਹੈ ਜੋ ਸਲਾਹੁਣ ਦੇ ਯੋਗ ਹੈ। ਪਰਮਾਤਮਾ ਤੂੰ ਬੜਾ ਸੁੰਦਰ ਸਰੂਪ ਹੈ, ਤੇਰੀ ਵਡਿਆਈ ਬੜੀ ਮਹਾਨ ਹੈ, ਸੁੰਦਰ ਹੈ, ਸੋਹਣੀ ਤੇਰੀ ਉਪਮਾ ਬਣੀ ਹੋਈ ਹੈ ਦੁਨੀਆ ਤੇ। ਹਰ ਗੁਣ ਸਦ ਹੀ ਆਖ ਵਖਾਣੈ, ਜਿਸਨੂੰ ਤੂੰ ਜਾਣਾਹੇ ਸੋਈ ਜਨ ਜਾਣੈ। ਐ ਪਰਮਾਤਮਾ, ਜਿਨ੍ਹਾਂ ਤੇ ਤੇਰੀ ਕਿਰਪਾ ਹੋਈ ਉਹਨਾਂ ਤੇਰੇ ਮਹਾਨ ਗੁਣ ਗਾਏ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਜੇ ਹੀ ਹਰ ਨਾਮ ਸਮਾਇਆ। ਫਿਰ ਜਿਨ੍ਹਾਂ ਤੇਰੇ ਗੁਣ ਗਾਏ ਉਹ ਤੇਰੇ ਵਿੱਚ ਸਮਾ ਗਏ, ਤੇਰਾ ਰੂਪ ਹੋ ਗਏ। ਉਹਦੇ ਵਿੱਚ ਗੁਣ ਕੀ ਨੇ? ਜਦੋਂ ਉਹਦੇ ਆਪਾਂ ਕਰਮ ਨੂੰ ਦੇਖਦੇ ਹਾਂ ਤਾਂ ਮੂੰਹੋਂ ਨਿਕਲਦਾ ਹੈ ਉਹ ਅਸਚਰਜ ਸਰੂਪ ਹੈ। ਆਪਾਂ ਵਾਹਿਗੁਰੂ ਲਫ਼ਜ਼ ਉਹਦੇ ਲਈ ਵਰਤਦੇ ਹਾਂ। ਇਤਨੇ ਕੁ ਗੁਣ ਨੇ, ਵਾਹ ਲਫ਼ਜ਼ ਗਲੂਏ ਚੋਂ ਨਿਕਲਦਾ ਹੈ। ਵੇਖੋ ਸਾਰੀ ਦੁਨੀਆ ਨੂੰ ਉਹ ਚਲਾ ਰਿਹਾ ਹੈ। ਕਿਤਨੀ ਮਹਾਨ ਇਹ ਵਡਿਆਈ ਹੈ। ਤੁਸੀਂ ਕੋਈ ਵੀ ਸੁਸਾਇਟੀ ਰਨ ਕਰਨੀ ਹੋਵੇ, ਕਮੇਟੀ ਬਣਾਉਂਦੇ ਹੋ, 11 ਮੈਂਬਰ ਬਹਿੰਦੇ ਹੋ, ਫਿਰ ਵੀ ਬੜੀ ਮੁਸ਼ਕਿਲ ਆਉਂਦੀ ਹੈ ਕਿਸੇ ਵੀ ਸੰਸਥਾ ਨੂੰ ਚਲਾਉਣ ਦੇ ਲਈ। ਫਿਰ ਵੀ ਕਈ ਊਣਤਾਈਆਂ ਰਹਿ ਜਾਂਦੀਆਂ ਨੇ ਸੰਸਥਾਵਾਂ ਜਦੋਂ ਰਨ ਕਰਦੇ ਹਾਂ ਅਸੀਂ। ਖੰਡਾਂ ਬ੍ਰਹਿਮੰਡਾਂ ਨੂੰ ਮਰਿਆਦਾ ਵਿੱਚ ਬੰਨ੍ਹ ਕੇ ਚਲਾ ਰਿਹਾ ਹੈ। ਅਸਚਰਜ ਗੁਣ ਹੈ ਉਹਦੇ। ਉਹ ਰਹਿਮ ਕਰਦਾ ਹੈ ਸਾਡੇ ਤੇ, ਇਹ ਗੁਣ ਹੈ ਉਹਦਾ, ਉਹਨੂੰ ਰਹੀਮ ਕਹਿੰਦੇ ਆ। ਉਹ ਸਾਡੇ ਤੇ ਕਿਰਪਾ ਕਰਦਾ ਹੈ, ਅਸੀਂ ਉਹਨੂੰ ਕਿਰਪਾਲੂ ਕਹਿੰਦੇ ਆ। ਉਹ ਸਾਨੂੰ ਰੋਜ਼ੀ ਦਿੰਦਾ ਹੈ, ਉਹਨੂੰ ਰੋਜ਼ੀ ਦੇਹੰਦ ਕਹਿੰਦੇ ਆ। ਉਹ ਬਾਹਾਂ ਪਕੜਦਾ ਹੈ ਮੁਸੀਬਤ ਵਿੱਚ, ਉਹਨੂੰ ਦਸਤਗੀਰ ਕਹਿੰਦੇ ਆ। ਆਪਣੇ ਆਪ ਤੋਂ ਪ੍ਰਗਟ ਹੈ, ਉਹਨੂੰ ਖੁਦਾ ਕਹਿੰਦੇ ਆ, ਜੋ ਖੁਦ ਤੋਂ ਸੈਭੰ ਪ੍ਰਗਟ ਹੋ ਗਿਆ। ਇਹ ਸਾਰੇ ਉਹਦੇ ਗੁਣ ਨੇ। ਹਾਂ, ਗੁਣਾਂ ਦਾ ਅੰਤ ਕੋਈ ਨਹੀਂ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਤੇ ਸਾਫ਼ ਕਿਹਾ ਹੈ, ਤੇਰੇ ਨਾਮ ਬੜੇ ਨੇ, ਗੁਣ ਬਣੇ ਨੇ, ਮਹਾਨ ਤੂੰ ਕਰਮ ਕਰਦਾ ਹੈ। ਗੁਣਾਂ ਨੂੰ ਲੋਕ ਗਾਉਂਦੇ ਨੇ ਪਰ ਅੰਤ ਨਹੀਂ ਆਉਂਦਾ। ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਤੇ ਜਿੰਨੇ ਕੁ ਗੁਣ ਤੇਰੇ, ਕਰਮ ਤੇਰੇ ਅਸੀਂ ਗਾ ਰਹੇ ਹਾਂ, ਇਹ ਉਹੀ ਗਾਏ ਜਾ ਰਹੇ ਨੇ ਜਿਹੜੇ ਤੂੰ ਸਾਡੀ ਬੁੱਧੀ ਵਿੱਚ ਟਿਕਾ ਦਿੱਤੇ ਨੇ। ਵੈਸੇ ਤੇਰੇ ਨਾਵਾਂ ਦਾ ਅੰਤ ਨਹੀਂ ਹੈ, ਤੇਰੇ ਸਾਰੇ ਗੁਣ ਕੋਈ ਗਾ ਨਹੀਂ ਸਕਦਾ। ਸੋ ਮਹਾਰਾਜ ਗੁਰੂ ਨਾਨਕ ਸਾਹਿਬ ਅੱਗੇ ਹੁਕਮ ਕਰਦੇ ਨੇ, ਗਾਵੈ ਕੋ ਵਿਦਿਆ ਵਿਖਮ ਵਿਚਾਰ। ਕੁਝ ਲੋਕ ਤੈਨੂੰ ਬੜੀਆਂ ਬੜੀਆਂ ਵਿਖਮ, ਕਠਨ ਵਿਦਿਆਵਾਂ, ਇਲਮ ਦੁਨੀਆ 'ਤੇ ਪ੍ਰਗਟ ਕਰਨ ਦੇ ਕਰਕੇ ਵੀ ਗਾ ਰਹੇ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜ਼ਫਰਨਾਮੇ ਵਿੱਚ ਇੱਕ ਬਚਨ ਕਿਹਾ, ਫਾਰਸੀ ਦੇ ਬੋਲ ਨੇ, ਸ਼ਰੀਅਤ ਪਰਸਤੋ ਫਜ਼ੀਲਤ ਮੁਆਬ, ਹਕੀਕਤ ਸ਼ਾਨਾਸੋ ਨਬੀ ਉਲ ਕਿਤਾਬ। ਇਹ ਜਿੰਨੇ ਵੀ ਨਬੀਆਂ ਨੇ ਧਰਮ ਗ੍ਰੰਥ ਬਣਾਏ ਨੇ ਨਾ, ਜਿੰਨੇ ਵੀ ਇਲਮ ਪੈਦਾ ਹੋਏ, ਵਿਦਿਆਵਾਂ ਪ੍ਰਗਟ ਹੋਈਆਂ, ਜੋ ਰੱਬ ਦੇ ਗੁਣ ਗਾਉਣ ਦੀ ਸੋਝੀ ਪ੍ਰਗਟ ਹੋਈ, ਇਹ ਅਕਾਲ ਪੁਰਖ ਤੇਰੀ ਹੀ ਪ੍ਰਦਾਨ ਕੀਤੀ ਹੋਈ ਹੈ। ਤੂੰ ਹੀ ਭਾਸ਼ਾਵਾਂ ਬਣਾਈਆਂ ਨੇ, ਬਿਕਮ ਤੋਂ ਬਿਕਮ, ਕਠਨ ਤੋਂ ਕਠਨ। ਦੂਸਰਾ ਭਾਵ ਇਹਦਾ ਇਹ ਹੈ ਵੀ ਜਿਹੜੇ ਬੜੀ ਬਿਖਮ ਵਿਦਿਆ ਨੂੰ ਹਾਸਲ ਕਰਕੇ ਵਿਦਵਾਨ ਹੋ ਨਿਬੜੇ। ਵਿਦਿਆ ਕੀ ਹੁੰਦੀ ਹੈ? ਪੜ੍ਹਨ ਤੋਂ ਜੋ ਗਿਆਨ ਪੈਦਾ ਹੋਵੇ ਉਹਨੂੰ ਵਿਦਿਆ ਕਹਿ ਦਿੰਦੇ ਆ। ਇੱਥੇ ਲਫ਼ਜ਼ ਹੈ ਵਿਖਮ। ਵਿਖਮ ਦਾ ਭਾਵ ਹੁੰਦਾ ਹੈ ਕਠਨ, ਇਹਨੂੰ ਬ੍ਰਹਮ ਵਿਦਿਆ ਵੀ ਕਹਿ ਲਓ। ਸੋ ਮਹਾਰਾਜ ਬੜੇ ਬੜੇ ਗਿਆਨੀ ਜਨ ਬੜੀਆਂ ਬੜੀਆਂ ਮਹਿੰਗੀਆਂ ਭਾਸ਼ਾਵਾਂ ਦੇ ਸਹਿਤ ਤੇਰੇ ਗੁਣ ਗਾਉਂਦੇ ਨੇ। ਸੰਸਕ੍ਰਿਤ ਵਿੱਚ, ਅਰਬੀ ਵਿੱਚ, ਫਾਰਸੀ ਵਿੱਚ, ਉਰਦੂ, ਹਿੰਦੀ, ਗੁਰਮੁਖੀ ਪੰਜਾਬੀ ਵਿੱਚ।
ਕਵੀ ਜਨ, ਵਿਦਵਾਨ ਜਨ, ਪੰਡਤ ਜਨ, ਬ੍ਰਾਹਮਣ ਲੋਕ ਸਭੋ ਤੇਰੇ ਹੀ ਗੁਣ ਗਾ ਰਹੇ ਨੇ। ਉਹਨਾਂ ਕੋਲ ਬੜਾ ਡੂੰਘਾ ਵਾਕ ਛਲ ਹੈ, ਬੜਾ ਡੂੰਘਾ ਗਿਆਨ ਹੈ। ਗਾਉਣ ਲਈ ਐ ਪਰਮਾਤਮਾ ਬੜੇ ਬੜੇ ਕਠਿਨ ਅਲਫਾਜ਼ ਉਹ ਵਰਤਦੇ ਨੇ। ਸੋ ਸਾਰੇ ਤੇਰੇ ਨਾਮ ਦੀ ਵਿਚਾਰ ਕਰ ਰਹੇ ਨੇ, ਤੇਰੇ ਗੀਤ ਗਾ ਰਹੇ ਨੇ। ਗਾਵੈ ਕੋ ਸਾਜ ਕਰੇ ਤਨ ਖੇਹੇ। ਐ ਪਰਮੇਸ਼ਵਰ, ਜਦੋਂ ਅਸੀਂ ਸ੍ਰਿਸ਼ਟੀ ਵੱਲ ਵੇਖਦੇ ਹਾਂ ਨਾ, ਤੂੰ ਸਾਜਦਾ ਹੈ ਸ੍ਰਿਸ਼ਟੀ ਨੂੰ, ਉਤਪਤ ਕਰਦਾ ਹੈ, ਰਚਨਾ ਕਰਦਾ ਹੈ, ਵਾਹਾ ਨਿਕਲਦਾ ਹੈ ਮੂੰਹੋਂ, ਤੇਰੇ ਗੀਤ ਗਾਉਨੇ ਹੈ ਵੀ ਕੈਸਾ ਚਿੱਤਰਕਾਰ ਹੈ, ਕੈਸੀ ਤੂੰ ਸੁੰਦਰ ਦੁਨੀਆ ਬਣਾਈ ਹੋਈ ਹੈ। ਇੱਕ ਜੀਵ ਦੂਜੇ ਵਰਗਾ ਨਹੀਂ ਮਿਲੇਗਾ ਤੁਹਾਨੂੰ। ਜੇ ਜੁੜਵੇਂ ਵੀ ਕਾਕੇ ਪੈਦਾ ਹੋਏ ਹੋਣ ਤੇ ਰੰਚਕ ਮਾਤਰ ਫਾਸਲਾ ਰੱਖ ਹੀ ਲੈਂਦਾ, ਮਾਂ ਪਿਓ ਫਿਰ ਪਹਿਚਾਣ ਲੈਂਦੇ ਨੇ। ਔਰ ਕਰੋੜਾਂ ਮੂਰਤਾਂ ਕਰੋੜਾਂ ਜੂਨਾਂ ਵਿੱਚ ਉਸਨੇ ਸਾਜੀਆਂ ਨੇ। ਹੁਣ ਇੱਕੋ ਹੀ ਚਿੱਤਰਕਾਰ ਹੈ, ਸਭੇ ਮੂਰਤੀਆਂ ਉਹਦੀਆਂ ਬਣਾਈਆਂ ਨੇ। ਤੂੰ ਸਾਜਦਾ ਹੈ ਤਨ, ਇਸ ਕਰਕੇ ਤੈਨੂੰ ਗਾਉਂਦੇ ਹਾਂ। ਤੋ ਫਿਰ ਕੱਲਾ ਹੀ ਤੂੰ ਖੇਹ ਕਰ ਦਿੰਦਾ, ਖੇਹ ਵਿੱਚ ਰਲਾ ਦਿੰਦਾ, ਗਰਦ ਵਿੱਚ ਰਲਾ ਦਿੰਦਾ ਦੁਨੀਆ ਨੂੰ ਸਾਜ ਕੇ। ਤੋ ਤੇਰੀ ਇਸ ਅਜ਼ਮਤ ਉੱਤੇ ਵੀ ਤੇਰੇ ਗੀਤ ਗਾਉਂਦੇ ਹਾਂ ਅਸੀਂ। ਬੜੇ ਬੜੇ ਗਾਂਡੀਵ ਯੋਧੇ ਜਿਨ੍ਹਾਂ ਨੇ ਦੁਨੀਆ ਜਿੱਤ ਲਈ, ਤੂੰ ਉਹਨਾਂ ਨੂੰ ਵੀ ਨੱਥ ਪਾ ਕੇ ਮਿੱਟੀ ਵਿੱਚ ਮਿਲਾ ਦਿੰਦਾ ਹੈ, ਧੂੜ ਵਿੱਚ ਮਿਲਾ ਕੇ ਰੱਖ ਦਿੰਦਾ ਹੈ। ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਤੂੰ ਸ੍ਰਿਸ਼ਟੀ ਪੈਦਾ ਕਰਦਾ, ਮਿਟਾ ਦਿੰਦਾ ਹੈ। ਇਹ ਮਹਾਨ ਗੁਣ ਵੇਖ ਕੇ ਵੀ ਅਚਰਜ ਹੁੰਨੇ ਹਾਂ ਅਸੀਂ, ਅਤੇ ਤੇਰੇ ਗੀਤ ਗਾਉਂਦੇ ਹਾਂ। ਸੋ ਗੁਰੂ ਨਾਨਕ ਸਾਹਿਬ ਅੱਗੇ ਹੁਕਮ ਕਰਦੇ ਨੇ, ਗਾਵੈ ਕੋ ਜੀਉ ਲੈ ਫਿਰ ਦੇਹੇ। ਪਰਮਾਤਮਾ ਜਿੱਥੇ ਤੁਸੀਂ ਇਹ ਪਿੰਡ ਬਖਸ਼ਦੇ ਹੋ, ਸਰੀਰ ਬਖਸ਼ਦੇ ਹੋ, ਸਵਾਸ ਬਖਸ਼ਦੇ ਹੋ, ਸੂਖਸ਼ਮ ਸਰੀਰ ਦਿੰਦੇ ਹੋ, ਤੋ ਇਹ ਤੁਹਾਡੀ ਐਸੀ ਅਜ਼ਮਤ ਹੈ। ਤੁਸੀਂ ਚਾਹੋ ਤੇ ਜਦੋਂ ਸਰੀਰ ਚੋਂ ਜੋਤ ਖਿੱਚ ਕੇ ਕਿਸੇ ਦਾ ਵਜੂਦ ਖਤਮ ਕਰਦੇ ਹੋ, ਮਿਟਾ ਦਿੰਦੇ ਹੋ, ਤੋ ਫਿਰ ਸਵਾਸ ਉਹਦੇ ਵਿੱਚ ਫੂਕ ਕੇ ਉਹਨੂੰ ਰੂਹੇ ਜ਼ਮੀਨ ਤੇ ਪੱਬਾਂ ਭਾਰ ਖਿਲਾਰ ਸਕਦੇ ਹੋ। ਮੁਰਦੇ ਨੂੰ ਤੁਸੀਂ ਜ਼ਿੰਦਾ ਕਰ ਸਕਦੇ ਹੋ। ਫਾਰਸੀ ਦਾ ਇਹ ਲਫ਼ਜ਼ ਹੈ ਦੇਹੇ। ਪਿੰਡ ਨੂੰ ਕਹਿੰਦੇ ਨੇ, ਗ੍ਰਾਮ ਨੂੰ, ਸਰੀਰ ਨੂੰ। ਤੁਸੀਂ ਸਾਜ ਕੇ ਢਾਉਂਦੇ ਹੋ ਤੇ ਢੱਠੇ ਨੂੰ ਸਾਜ ਵੀ ਸਕਦੇ ਹੋ। ਮਿਰਤਕ ਕਉ ਜੀਵਾਲਨ ਹਾਰ, ਭੂਖੇ ਕਉ ਦੇਵਤ ਆਧਾਰ। ਹੀ ਇਨਫਿਊਜ਼ਸ ਲਾਈਫ ਇਨਟੂ ਦਾ ਡੈਡ ਵਨਸ। ਮੁਰਦਿਆਂ ਨੂੰ ਸੁਰਜੀਤ ਕਰ ਦੇਣਾ, ਇਹ ਅਕਾਲ ਪੁਰਖ ਦੀ ਤਾਕਤ ਹੈ। ਸੋ ਤੇਰੇ ਇਸ ਗੁਣ ਨੂੰ ਵੇਖ ਕੇ ਵੀ ਤੇਰੇ ਅਸੀਂ ਗੀਤ ਗਾਉਂਦੇ ਹਾਂ। ਗਾਵੈ ਕੋ ਜਾਪੈ ਦਿਸੈ ਦੂਰ। ਕਈ ਤੈਨੂੰ ਦੂਰ ਜਾਣ ਕੇ ਗਾਉਂਦੇ ਨੇ। ਕਈਆਂ ਨੂੰ ਤੂੰ ਬੜਾ ਦੂਰ ਜਾਪਦਾ ਹੈ, ਵੀ ਪਰਮਾਤਮਾ ਬੜਾ ਦੂਰ ਰਹਿੰਦਾ ਹੈ, ਸੱਚਖੰਡ ਵਿੱਚ ਰਹਿੰਦਾ ਹੈ, ਸੱਚਖੰਡ ਵਸੈ ਨਿਰੰਕਾਰ। ਤੋ ਮੈਂ ਇਹ ਨਹੀਂ ਕਹਿੰਦਾ ਵੀ ਸੱਚਖੰਡ ਹੁੰਦਾ ਨਹੀਂ ਹੈ ਜਾਂ ਉੱਥੇ ਰਹਿੰਦਾ ਨਹੀਂ ਹੈ। ਸੱਚਾ ਤੇਰਾ ਖੰਡ, ਸੱਚਾ ਬ੍ਰਹਿਮੰਡ। ਪਰ ਇਹ ਕਹਿ ਦੇਣਾ ਵੀ ਉਹ ਇਕੱਲਾ ਸੱਚਖੰਡ ਵਿੱਚ ਹੀ ਹੈ, ਹੋਰ ਕਿਧਰੇ ਨਹੀਂ ਹੈ, ਇਹ ਕੁਫਰ ਹੈ। ਹਰ ਜ਼ਰੇ ਵਿੱਚ ਵਸਦਾ ਹੈ, ਤੁਹਾਡੇ ਮੇਰੇ ਵਿੱਚ ਵਸਦਾ ਹੈ। ਜੇ ਨਹੀਂ ਵਸਦਾ ਤੇ ਸਾਡੇ ਚੇਤੇ 'ਚ ਨਹੀਂ ਵਸਦਾ, ਯਾਦ ਵਿੱਚ ਨਹੀਂ ਵਸਦਾ, ਯਾਦ ਕਰਦੇ ਹੀ ਨਹੀਂ। ਉਹਦੇ ਦਿੱਤੇ ਸੰਸਾਰ ਨੂੰ ਹੀ ਚੇਤੇ ਕਰਦੇ ਆ, ਜਿਹਨੇ ਦਾਤ ਦਿੱਤੀ ਹੈ ਉਹਨੂੰ ਯਾਦ ਨਹੀਂ ਕਰਦੇ। ਪਰਮਾਤਮਾ ਹਰ ਜਗ੍ਹਾ ਹੈ, ਪਰ ਸਾਡੀ ਸੁਰਤੀ ਤੋਂ ਦੂਰ ਹੈ। ਕਈ ਦੂਰ ਸਮਝ ਕੇ ਗਾ ਰਹੇ ਨੇ, ਐ ਪਰਮੇਸ਼ਵਰ ਤੂੰ ਸਾਨੂੰ ਨੇੜੇ ਦਿਖਦਾ ਹੀ ਨਹੀਂ ਹੈ। ਤੋ ਤੇਰੇ ਬਲ ਨੂੰ ਅਸੀਂ ਗਾਉਂਦੇ ਹਾਂ, ਸਾਥੋਂ ਤੋਂ ਦੂਰ ਰਹਿਣਾ ਹੈ। ਇਹਦਾ ਦੂਸਰਾ ਭਾਵ ਇਹ ਵੀ ਹੈ
ਸਾਡੀ ਬਾਣੀ ਤੋਂ ਉਹਦੇ ਗੁਣਾਂ ਦਾ ਅੰਤ ਪਾ ਲੈਣਾ ਇਹ ਬੜਾ ਦੂਰ ਹੈ। ਅਸੀਂ ਉਹਦਾ ਗਾ ਕੇ ਅੰਤ ਨਹੀਂ ਪਾ ਸਕਦੇ। ਉਹਦੇ ਗੁਣ ਬੇਅੰਤ ਨੇ। ਸੋ ਕਈਆਂ ਨੂੰ ਦੂਰ ਪ੍ਰਤੀਤ ਹੁੰਦਾ ਹੈ, ਸੋ ਇਸ ਤਰ੍ਹਾਂ ਉਹਨੂੰ ਦੂਰੀ ਤੇ ਸਮਝ ਕੇ ਗਾਉਂਦੇ ਨੇ। ਇਹ ਦੂਰ ਲਫ਼ਜ਼ ਵੀ ਫਾਰਸੀ ਦਾ ਹੈ। ਗੁਰੂ ਨਾਨਕ ਸਾਹਿਬ ਨੇ ਅਰਬੀ, ਫਾਰਸੀ, ਸੰਸਕ੍ਰਿਤ ਬਾਣੀ ਵਿੱਚ ਬਹੁਤ ਵਰਤੀ ਹੈ, ਚਾਹੇ ਕਿ ਸਾਰਾ ਸਰੂਪ ਆਦਿ ਮਹਾਰਾਜ ਦਾ ਗੁਰਮੁਖੀ ਵਿੱਚ ਹੈ। ਖੈਰ, ਵਿੱਚ ਪਾੜਾ, ਦੂਰ ਦਾ ਅਰਥ ਪਰਸ਼ੀਅਨ ਵਿੱਚ ਇਹ ਹੈ, ਗੁਰ ਪ੍ਰਸਾਦੀ ਮਨ ਵਸੈ, ਹਉਮੈ ਦੂਰ ਕਰੇ। ਗੁਰੂ ਦੀ ਕਿਰਪਾ ਹੈ ਜਿਨ੍ਹਾਂ ਤੇ, ਉਹਨਾਂ ਦੇ ਰੱਬ ਨੇੜੇ ਹੈ, ਉਹਨਾਂ ਨੂੰ ਨਜ਼ਰ ਹੀ ਆਉਂਦਾ ਹੈ। ਜਿਹੜੇ ਹਉਮੈ ਵਿੱਚ ਨੇ, ਮੈਂ ਵਿੱਚ ਨੇ, ਹੰਕਾਰ ਵਿੱਚ ਨੇ, ਮਮਤਾ ਵਿੱਚ ਨੇ, ਉਹਨਾਂ ਨੂੰ ਰੱਬ ਦੂਰ ਦਿਸਦਾ ਹੈ। ਅੱਗੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਗਾਵੈ ਕੋ ਵੇਖੈ ਹਾਦਰਾ ਹਦੂਰ। ਤੋ ਕੋਈ ਉਹਨੂੰ ਕਹਿੰਦਾ ਹੈ ਤੂੰ ਪਰਮਾਤਮਾ ਸਾਡੇ ਨੇੜੇ ਵਸਦਾ ਹੈ। ਇਹ ਦੋਨੇ ਲਫ਼ਜ਼ ਧਿਆਨ ਨਾਲ ਪੜ੍ਹਿਓ। ਹਾਦਰਾ ਅਰਬੀ ਦਾ ਲਫ਼ਜ਼ ਹੈ। ਹਾਜ਼ਰ ਨੂੰ ਕਹਿੰਦੇ ਨੇ ਜੋ ਮੌਜੂਦ ਹੈ। ਹਦੂਰ ਦਾ ਮਤਲਬ ਹੁੰਦਾ ਹੈ ਸਨਮੁਖ, ਹਜ਼ੂਰੀ ਦੇ ਵਿੱਚ, ਸਾਡੇ ਪਾਸ। ਸੋ ਕਈ ਪ੍ਰਭੂ ਦੇ ਪਿਆਰੇ ਜਨ ਮਹਾਤਮਾ ਕਹਿੰਦੇ ਨੇ ਪਰਮਾਤਮਾ ਬੜਾ ਨੇੜੇ ਹੈ। ਇੱਦਾਂ ਉਸ ਨੂੰ ਨੇੜੇ ਸਮਝ ਕੇ ਸਦਾ ਗਾਉਂਦੇ ਨੇ ਵੀ ਸਭ ਕੁਝ ਵੇਖ ਰਿਹਾ ਹੈ, ਕੋਈ ਗਲਤ ਕਰਮ ਨਹੀਂ ਕਰਨਾ, ਉਹ ਪਾਸ ਹੀ ਹੈ। ਕਹਿ ਰਵਿਦਾਸ ਹੱਥ ਪੈ ਨੇੜੇ, ਹੱਥ ਨਾਲੋਂ ਵੀ ਨੇੜੇ ਹੈ। ਤੋ ਇੱਕ ਕਈ ਵਾਰ ਆਂਦੇ ਹੁੰਦੇ ਨਾ, ਕਹਾਵਤ ਜੀ ਬਣੀ ਵੀ ਰੱਬ ਨੇੜੇ ਕੇ ਘਸੁੰਨ। ਤੇ ਉਹ ਮਨਮੁਖ ਬੰਦਾ ਕਹਿ ਦਿੰਦਾ ਵੀ ਰੱਬ ਕਿਹਨੇ ਵੇਖਿਆ, ਇੱਥੇ ਤੇ ਘਸੋਨੀ ਨੇੜੇ ਲੱਗਦਾ ਹੈ, ਇਹ ਵੱਜੇਗਾ ਤੇ ਮੁਸ਼ਕਲ ਆਵੇਗੀ। ਪਰ ਮਹਾਂਪੁਰਸ਼ ਕਹਿੰਦੇ ਨੇ ਘਸੁੰਨ, ਇਹ ਥੱਪੜ ਜਿਹੜਾ ਤੂੰ ਉਠਾਇਆ ਹੈ, ਮਾਰ ਰਿਹਾ ਹੈ, ਇਹ ਪ੍ਰਮਾਤਮਾ ਦੀ ਜੋਤ ਹੈ ਤੇ ਤੇਰੇ ਵਿੱਚ ਬਲ ਹੈ। ਤੋ ਜੋਤ ਖਿੱਚ ਲਵੇ ਤੇ ਇਹ ਹੱਥ ਨਹੀਂ ਕਿਸੇ ਤੇ ਉੱਠੇਗਾ। ਨਾਨਕ ਢੇਰੀ ਛਾਰ ਕੀ ਭੀ ਫਿਰ ਹੋਈ ਛਾਰ। ਸੋ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਹੱਥ ਨਾਲੋਂ ਨੇੜੇ ਹੈ ਪ੍ਰਮਾਤਮਾ, ਉਹ ਸਾਡੇ ਅੰਦਰ ਵਸਿਆ ਹੋਇਆ ਹੈ। ਸੋ ਉਹਨੂੰ ਹਾਦਰਾ ਹਦੂਰ ਜਾਣ ਕੇ ਕਈ ਮਹਾਂਪੁਰਸ਼ ਗਾਉਂਦੇ ਨੇ, ਉਹਦੀ ਜੈ ਜੈਕਾਰ ਕਰਦੇ ਨੇ। ਸੋ ਅੱਗੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਕਥਨਾ ਕਥੀ ਨਾ ਆਵੈ ਤੋਟ। ਉਹ ਜਿਹੜਾ ਪਰਮਾਤਮਾ ਹੈ ਨਾ, ਸਾਰੇ ਹੀ ਉਸ ਦੀ ਕਥਾ ਕਰਦੇ ਨੇ। ਕਥਨਾ ਦਾ ਮਤਲਬ ਹੁੰਦਾ ਹੈ ਬਿਆਨ ਕਰਨਾ, ਵਿਆਖਿਆ ਕਰਨੀ, ਤੇ ਕਥੀ ਦਾ ਮਤਲਬ ਹੁੰਦਾ ਬਿਆਨ ਕਰ ਦਿੱਤਾ। ਕਈਆਂ ਨੇ ਧਾਰਮਿਕ ਗ੍ਰੰਥ ਲਿਖੇ, ਗਾਏ, ਕਈਆਂ ਨੇ ਟੀਕਾਕਾਰੀ ਕੀਤੀ। ਸਿਮਰਤੀਆਂ, ਪੁਰਾਣ, ਸ਼ਾਸਤਰ, ਵੇਦ, ਗੁਰਬਾਣੀ ਸਭ ਉਸੇ ਦੇ ਗੀਤ ਗਾਉਂਦੇ ਨੇ। ਸਭ ਭਗਵਾਨ ਦੀ ਵਡਿਆਈ, ਅਕਾਲ ਪੁਰਖ ਦੀ ਵਡਿਆਈ ਕਰਦੇ ਨੇ। ਪਰ ਕਿਸੇ ਵੀ ਧਾਰਮਿਕ ਗ੍ਰੰਥ ਨੇ ਇਹ ਦਾਵਾ ਨਹੀਂ ਕੀਤਾ ਵੀ ਜਿਤਨੇ ਗੁਣ ਲਿਖੇ ਗਏ ਨੇ ਇਹ ਅੰਤ ਹੈ, ਇਹ ਹੱਦ ਹੈ। ਦਾਵਾ ਕਰਨ ਵਾਲਾ ਮੂਰਖ ਹੈ। ਪਰਮਾਤਮਾ ਦੇ ਗੁਣਾਂ ਦਾ ਅੰਤ ਕੋਈ ਪਾ ਨਹੀਂ ਸਕਦਾ। ਉਹਦੇ ਗੁਣ ਗਾਉਂਦਿਆਂ ਕਦੇ ਵੀ ਕੋਈ ਇਹ ਦਾਵਾ ਕਰ ਦਵੇ ਵੀ ਜੋ ਮੈਂ ਬਿਆਨ ਕੀਤਾ ਇਹ ਅਵਧੀ ਹੈ, ਇਹ ਹੱਦ ਬੰਦੀ ਹੈ, ਤਾਂ ਮਹਾਰਾਜ ਕਹਿੰਦੇ ਇਹਦੋਂ ਵੱਡਾ ਕੋਈ ਮੂਰਖ ਨਹੀਂ ਹੈ। ਬੇਅੰਤ ਨਾਮ ਨੇ ਉਸਦੇ। ਹੁਕਮ ਦਾ ਜੋ ਅਸਲ ਸਰੂਪ ਹੈ, ਕਿਵੇਂ ਦੁਨੀਆ ਸਾਜਦਾ ਹੈ, ਕਿਵੇਂ ਚਲਾਉਂਦਾ ਹੈ, ਕਿਵੇਂ ਲੈਤਾ ਕਰਦਾ ਹੈ, ਕਦੋਂ ਦੁਨੀਆ ਸਾਜੀ ਹੈ, ਕਦੋਂ ਮਿਟਾਵੇਗਾ, ਮਹਾਪਰਲੇ ਲੈ ਕੇ ਆਵੇਗਾ, ਕਹਿੰਦੇ ਇਹ ਹੁਕਮ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਕਿਵੇਂ ਕਰਮ ਸਾਡੇ ਕੋਲੋਂ ਕਰਵਾਉਂਦਾ ਹੈ, ਸ਼ੁਭ ਅਸ਼ੁਭ ਕਰਵਾਉਂਦਾ ਹੈ, ਤੋ ਗਿਆਨੀ ਜਨਾਂ ਨੇ ਆਪੋ ਆਪਣੀ ਬੁੱਧੀ ਅਨੁਸਾਰ ਬਿਆਨ ਕੀਤਾ ਏ। ਪਰ ਦਾਵਾ ਨਹੀਂ ਕੋਈ ਕਰ ਸਕਦਾ ਵੀ ਅਸੀਂ ਪੂਰਨ ਤੌਰ 'ਤੇ ਉਹਦੀ ਅਜ਼ਮਤ ਨੂੰ, ਗੁਣਾਂ ਨੂੰ ਬਿਆਨ ਕਰ ਦਿੱਤਾ, ਅੰਤ ਪਾ ਲਿਆ। ਸੋ ਤੋਟ ਨਹੀਂ ਆਉਂਦੀ, ਉਹਦੇ ਗੁਣ ਗਾਉਂਦੇ ਜਾਓ, ਕਦੇ ਵੀ ਤੋਟ ਨਹੀਂ ਆਵੇਗੀ।
ਕਦੇ ਵੀ ਕਮੀ ਨਹੀਂ ਆਵੇਗੀ। ਉਹਦੇ ਰੋਜ਼ ਨਵੇਂ ਨਵੇਂ ਨਾਮ ਪ੍ਰਗਟ ਹੋ ਰਹੇ ਨੇ, ਹਰ ਭਾਸ਼ਾ ਵਿੱਚ, ਹਰ ਧਰਮ ਦੇ ਵਿੱਚ ਬੇਅੰਤ ਅਗੰਤ ਉਸ ਪਰਮ ਈਸ਼ਵਰ ਦੇ ਨਾਮ ਨੇ। ਦੀਨ ਦੁਨੀਆ ਦੇ ਮਾਲਕ ਕਹਿੰਦੇ ਨੇ, ਐ ਸਿੱਖੋ ਕੇਤਾ ਆਖਣ ਆਖੀਐ, ਆਖਣ ਤੋਟ ਨਾ ਹੋਏ। ਕਿੰਨੇ ਕੁ ਉਹਦੇ ਗੀਤ ਗਾਈਏ, ਉਹਦੇ ਗੁਣਾਂ ਦਾ ਅੰਤ ਹੀ ਨਹੀਂ ਆ ਰਿਹਾ। ਪਰਮਾਤਮਾ ਨੂੰ ਬੇਅੰਤ ਕਿਹਾ ਹੀ ਤਾਂ ਗਿਆ ਹੈ। There is no end to the description of ਅਕਾਲ ਪੁਰਖ। ਉਹਦੇ ਗੁਣਾਂ ਦਾ ਅੰਤ ਨਾ ਆਇਆ ਹੈ, ਨਾ ਕੋਈ ਅੰਤ ਪਾ ਸਕੇਗਾ। ਕਥ ਕਥ ਕਥੀ ਕੋਟੀ ਕੋਟ ਕੋਟ, ਕਰੋੜਾਂ ਹੀ ਜੀਵ, ਕਰੋੜਾਂ ਹੀ ਜਗਿਆਸੂ, ਕਰੋੜਾਂ ਹੀ ਧਾਰਮਿਕ ਪੁਸਤਕਾਂ, ਕਰੋੜਾਂ ਹੀ ਰਹਿਬਰ ਮਹਾਂਪੁਰਸ਼ ਅਵਤਾਰ ਉਹਦੇ ਗੀਤ ਗਾ ਰਹੇ ਨੇ। ਕਰੋੜਾਂ ਹੀ ਉਹਦੇ ਨਾਮ ਉਹਨਾਂ ਪ੍ਰਗਟ ਕੀਤੇ ਹੋਏ ਨੇ। ਹੁਣ ਮੁਹੰਮਦ ਜੀ ਨੇ ਖੁਦਾ ਦਾ 100 ਨਾਮ ਪ੍ਰਗਟ ਕੀਤਾ। ਰਹੀਮ ਕਰੀਮ ਆਦਿਕ ਇਹ ਜਿਤਨੇ ਵੀ ਨਾਮ ਨੇ, ਤੋ ਇਸਲਾਮ ਮਤ ਨੇ ਕਹਿ ਦਿੱਤਾ 1.25 ਲੱਖ ਪੈਗੰਬਰਾਂ ਚੋਂ ਸਿਰਮੌਰ ਮੁਹੰਮਦ ਨੇ। ਤੋ ਮੈਂ ਸਿੱਖਾਂ ਨੂੰ ਕਹਿੰਦਾ ਹੁੰਦਾ, ਥੋੜ੍ਹਾ ਜਿਹਾ ਆਪਣੇ ਗ੍ਰੰਥ ਵਾਚਿਆ ਕਰੋ। ਸ਼੍ਰੀ ਦਸਮ ਗ੍ਰੰਥ ਦੀ ਬਾਣੀ ਜਾਪ ਸਾਹਿਬ ਵਿੱਚ 1000 ਤੋਂ ਉੱਪਰ ਨਾਮ ਗੁਰੂ ਗੋਬਿੰਦ ਸਿੰਘ ਦੀ ਕਲਮ ਨੇ ਅਕਾਲ ਪੁਰਖ ਦਾ ਪ੍ਰਗਟ ਕੀਤਾ ਹੈ। ਤੋ ਤੁਸੀਂ ਗੁਰੂ ਗੋਬਿੰਦ ਸਿੰਘ ਰਹਿਬਰਾਂ ਦੀ ਦੁਨੀਆ 'ਚ ਕਿੱਡਾ ਬੁਲੰਦ ਹੈ, ਇਹ ਆਪ ਜਾਣ ਲਓ, ਮੈਨੂੰ ਦੱਸਣ ਦੀ ਲੋੜ ਨਹੀਂ ਹੈ। ਗੁਰੂ ਗੋਬਿੰਦ ਸਿੰਘ ਦੇ ਤੁੱਲ ਕਿਸੇ ਵੀ ਦੁਨੀਆ ਦੇ ਮੱਤ ਦੇ ਮਹਾਂਪੁਰਸ਼ ਨੇ, ਰਹਿਬਰ ਨੇ, ਗੁਰੂ ਪੀਰ ਨੇ। ਪਰਮਾਤਮਾ ਦੀ ਵਡਿਆਈ ਵਿੱਚ ਇਤਨੇ ਨਾਮ ਨਹੀਂ ਪ੍ਰਗਟ ਕੀਤੇ ਜਿੰਨੇ ਮਹਾਰਾਜ ਕਰ ਗਏ। ਸੋ ਇਹ ਗੁਰੂ ਗੋਬਿੰਦ ਸਿੰਘ ਦੀ ਅਜ਼ਮਤ ਹੈ, ਤਾਕਤ ਹੈ। ਗੁਰ ਨਾਲ ਤੁਲ ਨਾ ਲੱਗਈ, ਖੋਜ ਡਿਠਾ ਬ੍ਰਹਿਮੰਡ, ਕੋਈ ਵੀ ਗੁਰੂ ਗੋਬਿੰਦ ਸਿੰਘ ਦੇ ਤੁਲ ਨਹੀਂ ਹੈ ਦੁਨੀਆ ਵਿੱਚ। ਸੋ ਇਉਂ ਸਾਰੇ ਹੀ ਮਹਾਂਪੁਰਸ਼ ਅਵਤਾਰ ਰਹਿਬਰ ਅਕਾਲ ਪੁਰਖ ਦੇ ਗੀਤ ਗਾ ਰਹੇ ਨੇ। ਸਭ ਤੋਂ ਵੱਧ ਕੇ ਗੁਰਾਂ ਨੇ ਗਾਏ, ਸਭ ਤੇ ਵੱਡ ਸਮਰੱਥ ਗੁਰਦੇਵ। ਮਾ ਗੁਰੂ ਇਜ਼ ਆਲ ਪਾਵਰਫੁਲ, ਕਿਉਂਕਿ ਗੁਰੂ ਵਰਗਾ ਕੋਈ ਰਹਿਬਰ ਨਹੀਂ ਹੈ। ਹੁਣ ਮਹਾਰਾਜ ਕਹਿੰਦੇ ਨੇ, ਕਥਨ ਕੀਤਾ ਗਿਆ, ਕਰੋੜਾਂ ਹੀ ਨਾਮ ਤੇਰੇ ਗਾਏ ਗਏ, ਪਰ ਅੰਤ ਨਹੀਂ ਆਇਆ। ਸਾਰੇ ਵਖਿਆਣ ਕਰਕੇ ਥੱਕ ਗਏ, ਆਖ ਕੇ ਥੱਕ ਗਏ, ਬਿਆਨ ਕਰਕੇ ਥੱਕ ਗਏ, ਪਰ ਬਾਪੂ ਤੇਰੇ ਨਾਮ ਦਾ ਕਿਲ੍ਹਾ ਕੋਟ ਸਰ ਨਹੀਂ ਕੀਤਾ ਜਾ ਸਕਿਆ, ਏਡਾ ਬੁਲੰਦ ਹੈ। ਤੇਰੇ ਕਰੋੜਾਂ ਲੱਖਾਂ ਨਾਮ ਗਾ ਕੇ ਬਾਪੂ ਅੰਤ ਨਹੀਂ ਪਾਇਆ ਜਾ ਸਕਦਾ। ਅੱਗੇ ਮਹਾਰਾਜ ਫਿਰ ਬਿਆਨ ਕਰਦੇ ਨੇ, ਦੇਂਦਾ ਦੇ ਲੈਦੇ ਥੱਕ ਪਾਹੇ, ਐ ਅਕਾਲ ਪੁਰਖ ਤੂੰ ਦੇਂਦਾ ਹੈ, ਭਾਵ ਦਾਨ ਕਰਦਾ ਹੈ, ਝੋਲੀਆਂ ਭਰਦਾ ਹੈ, ਤੂੰ ਦਾਤਾਰ ਹੈ। ਸਾਰਿਆਂ ਦੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਦਾ ਹੈ। ਲੈਂਦੇ ਲੈਣ ਵਾਲੇ, ਮੰਗਤੇ ਭਿਖਾਰੀ ਸਾਡੇ ਵਰਗੇ ਜੋ ਉਹਦੇ ਦਰ ਤੋਂ ਆ ਕੇ ਮੰਗਦੇ ਨੇ, ਤੋ ਉਹ ਥੱਕ ਗਏ ਨੇ, ਪਰ ਤੇਰੀਆਂ ਦਾਤਾਂ ਦਾ ਅੰਤ ਨਹੀਂ ਆਇਆ। ਤੂੰ ਦਿੰਦਾ ਹੀ ਜਾ ਰਿਹਾ ਹੈ। ਆਦਿ ਕਾਲ ਤੋਂ ਤੂੰ ਦਾਤਾਰ ਹੈ, ਝੋਲੀਆਂ ਭਰਦਾ ਹੈ। ਤੇਰੀਆਂ ਦਾਤਾਂ ਬੇਅੰਤ ਨੇ, ਕੋਈ ਅੰਤ ਨਹੀਂ ਪਾ ਸਕਦਾ। ਜੁਗਾਂ ਜੁਗਾਂ ਵਿੱਚ ਤੇਰੇ ਭੰਡਾਰ ਪ੍ਰਗਟ ਨੇ। ਆਦਿ ਕਾਲ ਤੋਂ ਤੂੰ ਹੀ ਦਾਤਾਰ ਸੀ, ਅੱਜ ਪ੍ਰੈਜ਼ੈਂਟ ਵਿੱਚ ਤੂੰ ਹੀ ਦਾਤਾਰ ਹੈ। ਅਸੀਂ ਰਹੇ ਜਾਂ ਨਾ ਰਹੇ, ਤੂੰ ਹੀ ਝੋਲੀਆਂ ਭਰਨ ਵਾਲਾ ਹੈ। ਉਹਦੀ ਤੇ ਕੁਦਰਤ ਦਾ ਅੰਤ ਨਹੀਂ ਪਾ ਸਕੇ ਅਸੀਂ, ਇਸ ਮਾਤ ਲੋਕ ਦਾ ਤੇ ਖੰਡਾਂ ਬ੍ਰਹਿਮੰਡਾਂ ਦਾ। ਉਹਦੇ ਭੰਡਾਰਿਆਂ ਦਾ ਅਸੀਂ ਅੰਤ ਕੀ ਪਾਵਾਂਗੇ। ਥੱਕਦੇ ਥੱਕ ਜਾਂਦੇ ਹਾਂ। ਮਹਾਰਾਜ ਤੂੰ ਵੰਡਣੋਂ ਨਹੀਂ ਹਟਦਾ। ਜੁਗਾ ਜੁਗੰਤਰ ਖਾਹੀ ਖਾਹੇ,
ਜੁਗਾਂ ਜੁਗਾਂ ਤੋਂ ਤੇਰੀਆਂ ਬਖਸ਼ੀਆਂ ਦਾਤਾਂ ਜੀਵ ਖਾ ਰਹੇ ਨੇ, ਥਰੂ ਆਊਟ ਦਾ ਏਜਿਸ, ਪਿੱਛੋਂ ਤੋਂ ਲੈ ਕੇ, ਔਰ ਪਤਾ ਨਹੀਂ ਹੈ ਕਦੋਂ ਤੋਂ, ਜਦੋਂ ਤੋਂ ਵੀ ਦੁਨੀਆ ਦਾ ਆਗਾਜ਼ ਹੈ। ਆਗਾਜ਼ ਕਦੋਂ ਹੋਇਆ ਇਹ ਕੋਈ ਨਹੀਂ ਜਾਣਦਾ। ਤੂੰ ਵੰਡਦਾ ਹੀ ਆ ਰਿਹਾ ਤੇ ਅਸੀਂ ਖਾਂਦੇ ਆ ਰਹੇ ਹਾਂ। ਅਸੀਂ ਤੇਰੇ ਦਰ ਤੋਂ ਲੈ ਕਰਕੇ ਆਨੰਦ ਲੈਂਦੇ ਹਾਂ, ਤੂੰ ਭੋਗਦੇ ਹਾਂ ਤੇਰੇ ਦਿੱਤੇ ਪਦਾਰਥਾਂ ਨੂੰ। ਇੱਥੇ ਜਿਹੜਾ ਲਫ਼ਜ਼ ਹੈ ਨਾ ਜੁਗਾ, ਬਹੁ ਵਚਨ ਹੈ, ਜੁਗਾਂ ਜੁਗਾਂ ਤੋਂ। ਹੁਣ ਜੁਗ ਲਫ਼ਜ਼ ਜਿਹੜਾ ਹੈ ਇਹ ਕਾਲ ਨੂੰ ਬਿਆਨ ਕਰਨ ਲਈ ਵਰਤਿਆ ਜਾਂਦਾ ਹੈ। ਚੌਹਾਂ ਸ਼੍ਰੇਣੀਆਂ ਵਿੱਚ ਕਾਲ ਨੂੰ ਆਪਾਂ ਸਮੇਂ ਨੂੰ ਡਿਵਾਈਡ ਕਰਦੇ ਹਾਂ, ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ। ਖੈਰ ਹਰ ਯੁੱਗ ਦੇ ਵਿੱਚ ਤੂੰ ਹੀ ਦਾਤਾਰ ਹੈ। ਅੱਗੇ ਲਫ਼ਜ਼ ਵਰਤਿਆ ਹੈ ਜੁਗੰਤਰ। ਜੁਗਾਂਤਰ ਦਾ ਭਾਵ ਹੈ ਯੁੱਗਾਂ ਦਾ ਜੋੜ, ਕਈ ਯੁੱਗ। ਖਾਹੀ ਦਾ ਮਤਲਬ ਹੈ ਖਾਦਕ, ਖਾਣ ਵਾਲਾ। ਅਸੀਂ ਖਾ ਰਹੇ ਹਾਂ, ਤੂੰ ਦੇ ਰਿਹਾ ਹੈ। ਖਾਹੇ ਦਾ ਮਤਲਬ ਹੈ ਭੋਗ ਰਹੇ ਹਾਂ ਅਸੀਂ ਤੇਰੇ ਦਿੱਤੇ ਪਦਾਰਥਾਂ ਨੂੰ। ਤੋ ਬੰਦਾ ਤੇ ਵਾਧੂ ਦਾ ਹੀ ਵਹਿਮ ਪਾਲੀ ਬੈਠਾ ਹੈ ਵੀ ਮੈਂ ਦੇਣ ਵਾਲਾ, ਮੈਂ ਦਾਤਾਰ, ਮੈਂ ਝੋਲੀਆਂ ਭਰਨ ਵਾਲਾ। ਕਹਿੰਦੇ ਨਹੀਂ, ਤੂੰ ਮੰਗਤਾ ਹੀ ਹੈ, ਤੂੰ ਕੁਝ ਵੀ ਨਹੀਂ ਹੈ। ਅਕਬਰ ਰਾਜੇ ਬਾਰੇ ਤੇ ਜਾਣਦੇ ਹੀ ਹੋ, ਦਰਬਾਰੀ ਕਵੀ ਹੋਇਆ ਹੈ ਰਹੀਮ। ਕਹਿੰਦੇ ਉਸਨੂੰ ਜਿਤਨੀ ਵੀ ਤਨਖਾਹ ਮਿਲਦੀ ਸੀ, ਜਿਤਨਾ ਵੀ ਇਨਾਮ ਮਿਲਦਾ ਸੀ, ਉਹਦੇ ਚੋਂ 9 ਹਿੱਸੇ ਦਾਨ ਕਰ ਦਿੰਦਾ ਸੀ ਤੇ 1 ਹਿੱਸਾ ਆਪਣੀ ਉਪਜੀਵਕਾ ਲਈ ਰੱਖ ਲੈਂਦਾ ਸੀ। ਤੇ ਸਾਨੂੰ ਤੇ 10 ਪਾਤਸ਼ਾਹੀਆਂ ਦਾ ਹੁਕਮ ਹੈ ਵੀ ਤੁਸੀਂ 9 ਹਿੱਸੇ ਰੱਖ ਲਓ ਤੇ 10ਵਾਂ ਹਿੱਸਾ ਵੰਡ ਦਿਓ, ਦਸਵੰਧ ਕੱਢੋ ਗੁਰੂ ਘਰ ਲਈ। ਉਹਦੇ ਨਾਲ ਕੀ ਹੋਵੇਗਾ? ਮਹਾਰਾਜ ਕਹਿੰਦੇ ਨੇ ਦੁਨੀਆ ਦੇ ਅੰਦਰ ਜੋ ਇਹ ਬੜੇ ਵੱਡੇ ਵੈਰੀ ਨੇ, ਇਹਨਾਂ ਦਾ ਸਫਾਇਆ ਹੋ ਜਾਵੇਗਾ ਦਸਵੰਧ ਦੀ ਮਰਿਆਦਾ ਨਾਲ। ਵੈਰੀ ਕਿਹੜੇ ਨੇ ਦੁਨੀਆ ਵਿੱਚ? ਦੁਖਦਾਇਕ ਸਾਨੂੰ ਕੀ ਲੱਗਦਾ ਹੈ ਦੁਨੀਆ ਵਿੱਚ? ਗਰੀਬੀ ਹੈ, ਬੇਰੁਜ਼ਗਾਰੀ ਹੈ, ਭੁੱਖ ਹੈ, ਅਨਪੜ੍ਹਤਾ ਹੈ। ਦਸਵੰਧ ਨਾਲ ਇਹ ਮਨੁੱਖਤਾ ਦੇ ਵੈਰੀ ਮਿਟਾਏ ਜਾ ਸਕਦੇ ਨੇ। ਔਰ ਦਸਵੰਧ ਕੱਢਣ ਦਾ ਹੁਕਮ ਸਾਨੂੰ ਗੁਰੂ ਗ੍ਰੰਥ ਸਾਹਿਬ ਨੇ ਕੀਤਾ ਹੈ, ਗੁਰੂ ਨਾਨਕ ਸਾਹਿਬ ਨੇ ਕੀਤਾ ਹੈ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ ਸਿੱਖਾ। ਤੂੰ ਦਾਤਾ ਹੈ, ਮੰਗਤਾ ਨਹੀਂ ਹੈ। ਤੂੰ ਘਾਲਣਾ ਘਾਲਿਆ ਕਰ, ਮੁਸ਼ੱਕਤ ਘਾਲਿਆ ਕਰ। ਗੁਰੂ ਨਾਨਕ ਤੇਰੇ ਭੰਡਾਰੇ ਬੇਅੰਤ ਰੱਖੇਗਾ ਤੇ 10ਵਾਂ ਹਿੱਸਾ ਵੰਡ ਦਿਆ ਕਰ, ਲੰਗਰਾਂ ਵਿੱਚ ਪਾ ਦਿਆ ਕਰ, ਗਰੀਬ ਦੀਆਂ ਆਂਦਰਾਂ ਦੀ ਭੁੱਖ ਮਿਟਾ ਦਿਆ ਕਰ, ਨੰਗੇ ਦੇ ਤਨ ਨੂੰ ਕੱਜ ਦਿਆ ਕਰ, ਲੋੜਵੰਦ ਨੂੰ ਵਿੱਦਿਆ ਲਈ ਦਾਨ ਕਰ ਦਿਆ ਕਰ, ਕਿਸੇ ਰੋਗੀ ਨੂੰ ਦਵਾਈਆਂ ਦਾ ਦਾਨ ਕਰ ਦਿਆ ਕਰ। ਇਹ ਸਿੱਖੀ ਦਾ ਸਿਧਾਂਤ ਹੈ। ਅੱਜ ਕੱਲ੍ਹ ਸਰਕਾਰਾਂ ਪੰਜਾਬ ਨੂੰ ਮੰਗਤਿਆਂ ਵਜੋਂ ਦੁਨੀਆ 'ਤੇ ਪ੍ਰਗਟ ਕਰ ਰਹੀਆਂ ਨੇ, ਦਿਖਾ ਰਹੀਆਂ ਨੇ ਵੀ ਗੁਰੂ ਨਾਨਕ ਦੇ ਸਿੱਖ ਜਿਹੜੇ ਕਦੇ ਦਾਤਾਰ ਸੀ, ਅੱਜ 1000 ਰੁਪਈਏ 'ਤੇ ਵੋਟ ਪਾ ਦਿੰਦੇ ਨੇ, ਸ਼ਰਾਬ ਦੀ ਬੋਤਲ 'ਤੇ ਵੋਟ ਪਾ ਦਿੰਦੇ ਨੇ, ਥੋੜ੍ਹੀ ਬਹੁਤੀ ਬਿਜਲੀ ਦੀ ਮਾਫੀ 'ਤੇ ਵੋਟ ਪਾ ਦਿੰਦੇ ਨੇ। ਉਹ ਰੱਬ ਦਾ ਵਾਸਤਾ ਜੇ ਸਿੱਖੋ, ਤੁਸੀਂ ਵੰਡਣ ਵਾਲੇ ਸੀ। ਹੱਕ ਲਈਦਾ ਹੈ ਔਰ ਰੋਹਬ ਨਾਲ ਲਈਦਾ ਹੈ। ਝੋਲੀ ਅੱਡ ਕੇ ਮੰਗੇ ਨਹੀਂ ਜਾਂਦੇ ਹੱਕ, ਹੱਕ ਲੈਣੇ ਪੈਂਦੇ ਨੇ। ਸੋ ਜ਼ਿਹਨ ਵਿੱਚ ਇਸ ਗੱਲ ਨੂੰ ਚੰਗੀ ਤਰ੍ਹਾਂ ਟਿਕਾ ਲਓ। ਸਿੱਖ ਮੰਗਤਾ ਨਹੀਂ ਹੈ, ਸਿੱਖ ਦਾਤਾਰ ਹੈ। ਸਰਕਾਰਾਂ ਨੂੰ ਕਹੋ ਜੇ ਵੋਟ ਲੈਣੀ ਹੈ ਤੋ ਇਸ ਪੰਜਾਬ ਦੇਸ਼ ਦੇ ਵਿੱਚ ਬੱਚਿਆਂ ਦਾ ਭਵਿੱਖ ਕੀ ਹੈ? ਜੌਬਸ ਕ੍ਰੀਏਟ ਕਰੋ, ਨੌਕਰੀਆਂ ਕ੍ਰੀਏਟ ਕਰੋ। ਬੱਚੇ ਬਾਹਰ ਨੂੰ ਦੌੜ ਰਹੇ ਨੇ। ਕੀਤਾ ਉਲਟਾ ਜਾ ਰਿਹਾ ਹੈ। ਮੈਂ ਲਫ਼ਜ਼ ਵਰਤੀ ਲਵਾਂ, ਆਮ ਹੀ ਵਰਤਦੇ। ਸਾਨੂੰ ਹੱਡ ਹਰਾਮੀ ਬਣਾਇਆ ਜਾ ਰਿਹਾ ਹੈ। ਦਾਨ 'ਤੇ ਲਾ ਕੇ ਸਾਨੂੰ ਮੰਗਤੇ ਬਣਾਇਆ ਜਾ ਰਿਹਾ ਹੈ ਤੇ ਆਪਾਂ ਮੰਗਤੇ ਬਣ ਰਹੇ ਹਾਂ।
ਜਦੋਂ ਕਿਧਰੇ ਝੋਲੀ ਅੱਡ ਕੇ ਮੰਗਣ ਨੂੰ ਜੀ ਕਰੇ ਤੇ ਗੁਰੂ ਨਾਨਕ ਦੀ ਇਹ ਬਾਣੀ ਪੜ੍ਹ ਲਿਆ ਕਰੋ। ਸਿੱਖ ਕਦੇ ਵੀ ਭਿਖਾਰੀ ਨਹੀਂ ਹੋ ਸਕਦਾ। ਸਿੱਖ ਘਾਲਣਾ ਘਾਲ ਕੇ ਹੱਥੋਂ ਦਿੰਦਾ ਹੈ, ਲੰਗਰ ਲਾਉਣ ਵਾਲਾ ਹੈ, ਵੰਡਣ ਵਾਲਾ ਹੈ। ਤੋ ਜਿਹੜਾ ਵੰਡਣ ਵਾਲਾ ਬਣ ਗਿਆ ਉਸ ਨੂੰ ਹੀ ਅਕਾਲ ਪੁਰਖ ਦੇ ਰਸਤੇ ਦੀ ਪਹਿਚਾਣ ਹੈ। ਉਹੀ ਪ੍ਰਮਾਤਮਾ ਵਿੱਚ ਇਕਮਿਕ ਹੋਵੇਗਾ, ਕਿਉਂਕਿ ਪ੍ਰਮਾਤਮਾ ਵੀ ਦਾਤਾਰ ਹੈ ਤੇ ਉਹਦੇ ਸਿੱਖ ਵੀ ਦਾਤਾਰ ਹੋ ਨਿਬੜਦੇ ਨੇ। ਸੱਚ ਤਾ ਪਰ ਜਾਣੀਐ ਜਾਂ ਸਿੱਖ ਸੱਚੀ ਲੇ, ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਸਿੱਖ ਦਾਨੀ ਹੈ, ਸਿੱਖ ਦਾਨ ਕਰਨ ਵਾਲਾ ਹੈ। ਤਾਂ ਹੀ ਤੁਸੀਂ ਵੇਖੋਗੇ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਚਲੇ ਜਾਓ, ਰੈੱਡ ਲਾਈਟਸ ਦੇ ਉੱਤੇ ਤੁਹਾਨੂੰ ਸਿੱਖ ਮੰਗਤੇ ਦੇ ਰੂਪ 'ਚ ਨਹੀਂ ਮਿਲੇਗਾ। ਪਰ ਅੱਜ ਸਰਕਾਰਾਂ ਸਾਨੂੰ ਮੰਗਤੇ ਬਣਾ ਰਹੀਆਂ ਨੇ। ਸੋ ਸੁਚੇਤ ਰਹੋ, ਸਰਕਾਰ ਕੋਈ ਵੀ ਹੋਵੇ, ਸਿੱਖ ਨੇ ਮੰਗਤੇ ਨਹੀਂ ਬਣਨਾ, ਦਾਤਾਰ ਬਣ ਕੇ ਰਹਿਣਾ ਹੈ। ਹੱਕ ਡਾਂਗ ਨਾ ਲੈਣੇ ਪੈਂਦੇ ਨੇ, ਮੰਗਿਆ ਕਿਸੇ ਨੂੰ ਨਹੀਂ ਮਿਲਦੇ ਹੁੰਦੇ। ਖੈਰ, ਰਹੀਮ ਦਾ ਸੁਭਾਅ ਸੀ 10ਵਾਂ ਹਿੱਸਾ ਰੱਖ ਕੇ 9 ਹਿੱਸੇ ਦਾਨ ਕਰਦਾ ਸੀ। ਤੋ ਲੋੜਵੰਦ ਉਸ ਕਵੀ ਦੇ ਦਰਵਾਜ਼ੇ ਉੱਤੇ ਖਲੋਤੇ ਰਹਿੰਦੇ ਸੀ ਤੇ ਕਦੇ ਵੀ ਕਿਸੇ ਨੂੰ ਨਿਰਾਸ਼ ਨਹੀਂ ਸੀ ਹੋਣ ਦਿੰਦਾ, ਤਿਲ ਫੁੱਲ ਦੇ ਹੀ ਦਿਆ ਕਰਦਾ ਸੀ। ਪਰ ਉਹਦਾ ਇੱਕ ਸਲੀਕਾ ਸੀ ਦਾਨ ਕਰਨ ਦਾ। ਉਹਨੇ ਜਦੋਂ ਵੀ ਝੋਲੀ ਵਿੱਚ ਦਾਨ ਪਾਉਣਾ ਤੇ ਅੱਖਾਂ ਹੇਠਾਂ ਕਰ ਲੈਣੀਆਂ। ਉਹ ਮੰਗਤੇ ਦੀਆਂ ਅੱਖਾਂ 'ਚ ਅੱਖਾਂ ਨਹੀਂ ਸੀ ਪਾਉਂਦਾ। ਤੋ ਇੱਕ ਦਾਨੇ ਪ੍ਰਦਾਨੇ ਸੱਜਣ ਨੇ ਪੁੱਛ ਲਿਆ, ਰਹੀਮ ਜੀ, ਕਵੀ ਜੀ, ਦੇਣ ਵਾਲੇ ਦਾ ਹੱਥ ਹੁੰਦਾ ਹੈ ਉੱਚਾ, ਲੈਣ ਵਾਲੇ ਦੀ ਝੋਲੀ ਹੁੰਦੀ ਹੈ ਨੀਵੀਂ, ਹੱਥ ਹੁੰਦਾ ਹੈ ਨੀਵਾਂ। ਦੇਣ ਵਾਲੇ ਦੀਆਂ ਨਜ਼ਰਾਂ ਹੁੰਦੀਆਂ ਨੇ ਉੱਚੀਆਂ, ਲੈਣ ਵਾਲੇ ਦੀਆਂ ਨਜ਼ਰਾਂ ਹੁੰਦੀਆਂ ਨੇ ਝੁਕੀਆਂ। ਤੋ ਜਦੋਂ ਤੁਹਾਡੇ ਵੱਲ ਵੇਖਦੇ ਹਾਂ, ਤੁਸੀਂ ਦਾਨ ਕਰਦੇ ਹੋ ਤੇ ਤੁਹਾਡੀਆਂ ਨਜ਼ਰਾਂ ਹੇਠਾਂ ਕਿਉਂ ਹੁੰਦੀਆਂ ਨੇ? ਉਹ ਕਵੀ ਸੀ, ਤੋਨੇ ਕਾਵ ਰਚਨਾ ਕੀਤੀ, ਬੋਲ ਪ੍ਰਗਟ ਕੀਤੇ, ਸਾਈਂ ਸਭ ਕੋ ਦੇਤ ਹੈ, ਪੇਖਤ ਹੈ ਦਿਨ ਰੈਨ, ਲੋਗ ਨਾਮ ਮੇਰੋ ਲਹੈ, ਜਾਂ ਤੇ ਨੀਚੇ ਨੈਣ। ਕਹਿੰਦੇ ਪਰਮਾਤਮਾ ਸਭ ਨੂੰ ਦਿੰਦਾ ਹੈ, ਸਭ ਨੂੰ ਪਾਲਦਾ ਹੈ ਔਰ ਵੇਖ ਰਿਹਾ ਹੈ। ਇਹ ਪਰਮਾਤਮਾ ਦੀ ਮਿਹਰਬਾਨੀ ਹੈ, ਮੈਨੂੰ ਮੰਗਣ ਵਾਲਾ ਨਹੀਂ ਦੇਣ ਵਾਲਾ ਬਣਾਇਆ ਹੈ ਉਸਨੇ। ਲੋਕ ਮੇਰਾ ਨਾਮ ਲੈ ਰਹੇ ਨੇ, ਮੈਂ ਦਾਤਾ ਹਾਂ, ਮੈਂ ਸ਼ਰਮਿੰਦਾ ਹੋ ਰਿਹਾ ਵੀ ਮੇਰਾ ਕੁਝ ਵੀ ਨਹੀਂ ਹੈ, ਜੋ ਦਿੱਤਾ ਹੈ ਪਰਮਾਤਮਾ ਨੇ ਦਿੱਤਾ ਹੈ, ਬੱਲੇ ਬੱਲੇ ਮੇਰੀ ਹੋਈ ਜਾਂਦੀ ਹੈ। ਜਦੋਂ ਦਾਨ ਦੇਣਾ ਹੈ ਤੇ ਇਸ ਭਾਵਨਾ ਨਾਲ ਦਿਆ ਕਰ। ਸਾਰਿਆਂ ਨੂੰ ਉਹੀ ਦਿੰਦਾ ਹੈ, ਕੋਈ ਕਵੀ ਹੈ, ਕੋਈ ਰਾਜਾ ਹੈ, ਕੋਈ ਭਿਖਾਰੀ ਹੈ। ਕੇਵਡ ਦਾਤਾ ਆਖੀਐ, ਦੇ ਕੇ ਰਹਿਆ ਸੁਮਾਰ, ਨਾਨਕ ਟੋਟ ਨਾ ਆਵਈ, ਤੇਰੇ ਜੁਗਹਿ ਜੁਗਹਿ ਭੰਡਾਰ। ਪਰ ਤੇਰੇ ਭੰਡਾਰ ਜੁਗਾਂ ਜੁਗਾਂ ਤੋਂ ਵਰਤ ਰਹੇ ਨੇ, ਟੋਟ ਨਹੀਂ ਆਉਂਦੀ। ਸਭ ਨੂੰ ਤੂੰ ਦਿੰਦਾ ਹੈ, ਕੋਈ ਦਾਤਾ ਹੈ, ਕੋਈ ਭਿਖਾਰੀ ਹੈ, ਤੇਰੇ ਦਰ ਦੇ ਸਾਰੇ ਹੀ ਮੰਗਤੇ ਨੇ। ਤੋ ਇਨਸਾਨ ਦੇ ਹੱਥ ਵਿੱਚ ਕੁਝ ਨਹੀਂ ਹੈ, ਸਭਨਾ ਦਾਤਾ ਏਕ ਤੂੰ, ਮਾਨਸ ਦਾਤ ਨਾ ਹੋਏ। ਬੰਦਾ ਦਾਤ ਨਹੀਂ ਦੇ ਸਕਦਾ। ਹੁਣ ਤੁਸੀਂ ਤਰਕ ਵੀ ਕਰ ਸਕਦੇ ਹੋ ਇੱਥੇ ਵੀ ਜੇ ਬੰਦਾ ਦਾਤ ਨਹੀਂ ਦੇ ਸਕਦਾ ਤੇ ਸਾਧੂ ਸੰਤ ਜਿਹੜੇ ਨੇ ਉਹਨਾਂ ਦੀ ਅਰਦਾਸ ਕਿਵੇਂ ਪੂਰੀ ਹੁੰਦੀ ਹੈ? ਉਹ ਰੱਬ ਦੇ ਖਜ਼ਾਨਚੀ ਨੇ, ਉਹ ਦਾਤੇ ਨਹੀਂ। ਉਹ ਵੀ ਪਰਮਾਤਮਾ ਕੋਲੋਂ ਹੀ ਤੈਨੂੰ ਦਾਤ ਦਿਵਾਉਣਗੇ। ਇਹ ਮੈਂ ਨਹੀਂ ਕਹਿੰਦਾ, ਇਹ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ। ਜਿਹੜੇ ਪ੍ਰਭੂ ਦੇ ਹੁਕਮ ਵਿੱਚ ਚੱਲੇ ਉਹੀ ਉਹਦੇ ਖਜ਼ਾਨਚੀ ਬਣੇ, ਉਹਨਾਂ ਦੀ ਜਲਦੀ ਅਰਦਾਸ ਸੁਣ ਲੈਂਦਾ ਹੈ। ਜੇ ਕੋਈ ਰਾਜਾ ਵੰਡ ਰਿਹਾ ਹੈ, ਜੇ ਕੋਈ ਰਈਸ ਹੈ, ਦਾਤਾ ਦੇਣ ਵਾਲਾ ਹੈ, ਤੋ ਇਹ ਨਾ ਸਮਝੇ ਵੀ ਮੈਂ ਵੰਡਣ ਵਾਲਾ ਹਾਂ। ਤੈਨੂੰ ਜੇ ਵੰਡਣ ਵਾਲੇ ਬਣਾਇਆ ਤੇ ਰੱਬ ਨੇ ਬਣਾਇਆ, ਜੇ ਮੰਗਣ ਵਾਲਾ ਬਣਾਇਆ ਤੇ ਰੱਬ ਨੇ ਬਣਾਇਆ। ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ। ਕਈਆਂ ਨੂੰ ਮੰਗਤੇ ਬਣਾ ਦਿੰਦਾ ਹੈ, ਕਈਆਂ ਨੂੰ ਦਰਬਾਰਾਂ ਦੇ ਮਾਲਕ ਬਣਾ ਦਿੰਦਾ ਹੈ। ਸਮਰ ਬੌਰਨ ਬੈਗਰਸ, ਕਈ ਭਿਖਾਰੀ ਪੈਦਾ ਕੀਤੇ ਨੇ ਉਸਨੇ। ਐਂਡ ਸਮ ਹੋਲਡ ਵਾਸਟ ਕੋਰਟਸ, ਬੜੇ ਬੜੇ ਦਰਬਾਰ ਕਈਆਂ ਨੂੰ ਉਹਨੇ ਬਖਸ਼ੇ ਹੋਏ ਨੇ।
ਅੱਗੇ ਗਿਆ ਜਾਣੀਐ ਵਿਣ ਨਾਵੈ ਵੇਕਾਰ, ਪਰਮਾਤਮਾ ਦਾ ਨਾਮ ਹੀ ਦਾਤਾਂ ਦੇਣ ਵਾਲਾ ਹੈ। ਪਰ ਲੋਕ ਬੰਦੇ ਨੂੰ ਹੀ ਦਾਤਾ ਸਮਝ ਲੈਂਦੇ ਨੇ। ਕੀਤੇ ਕਹੋ ਮੇਰੇ ਸਮਾਨੈ, ਕਰਨ ਹਾਰ ਤ੍ਰਿਣ ਜਾਣੈ, ਤੂੰ ਦਾਤਾ ਮੰਗਨ ਕੋ ਸਗਲੀ, ਦਾਨ ਦੇਹ ਪ੍ਰਭ ਭਾਨੈ। ਐਵੇਂ ਬੰਦੇ ਨੂੰ ਦਾਤਾ ਨਾ ਸਮਝੋ, ਦਾਨ ਦੇਣ ਵਾਲਾ ਪਰਮੇਸ਼ਵਰ ਹੈ। ਸੋ ਉਹਦੇ ਸਾਰੇ ਹੀ ਗੁਣ ਗਾਉਂਦੇ ਨੇ। ਸੋ ਮਹਾਰਾਜ ਕਹਿੰਦੇ ਨੇ, ਹੁਕਮੀ ਹੁਕਮ ਚਲਾਏ ਰਾਹੋ। ਪਰਮਾਤਮਾ ਹੁਕਮ ਕਰਤਾ ਹੈ। ਅਰਬੀ ਦਾ ਲਫ਼ਜ਼ ਹੈ ਹੁਕਮ। ਸਾਰਿਆਂ ਦੇ ਉੱਪਰ ਉਹਦੀ ਅਜ਼ਮਤ ਆਗਿਆ ਚੱਲਦੀ ਹੈ। ਸਭਨਾਂ ਨੂੰ ਆਪਣੇ ਹੁਕਮ ਵਿੱਚ ਉਹ ਮਾਰਗ 'ਤੇ ਚਲਾਉਂਦਾ ਹੈ। ਕੋਈ ਭਗਤੀ ਦੇ ਮਾਰਗ 'ਤੇ ਚੱਲੇ, ਕੋਈ ਵਾਸ਼ਨਾ ਦੇ ਮਾਰਗ 'ਤੇ ਚੱਲ ਪਏ। ਸੋ ਸਾਰਿਆਂ ਨੂੰ ਚਲਾਉਣ ਵਾਲਾ ਗਹਿਰ ਗੰਭੀਰ ਪਰਮ ਈਸ਼ਵਰ ਹੈ। ਅੱਗੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਨਾਨਕ ਵਿਗਸੈ ਵੇ ਪਰਵਾਹੋ। ਇੱਥੇ ਪਰਮਾਤਮਾ ਜਦੋਂ ਹੁਕਮ ਕਰਦਾ ਹੈ ਤੋ ਆਪਣੇ ਹੁਕਮ ਦੇ ਵਿੱਚ ਲੋਕਾਈ ਨੂੰ ਚਲਾ ਕਰਕੇ ਵਿਗਸੈ ਖੁਸ਼ ਹੁੰਦਾ ਹੈ, ਪ੍ਰਫੁੱਲਤ ਹੁੰਦਾ ਹੈ, ਪ੍ਰਸੰਨ ਹੁੰਦਾ ਹੈ, ਔਰ ਬੇਪਰਵਾਹ ਹੈ। ਪਰਵਾਹ ਨਹੀਂ ਕਰਦਾ ਕਿਸੇ ਦੀ। ਲਾਲ ਗੋਪਾਲ ਗੋਬਿੰਦ ਪ੍ਰਭ, ਗਹਿਰ ਗੰਭੀਰ ਅਥਾਹਾ, ਦੂਸਰ ਨਾਹੀ ਅਵਰ ਕੋ, ਨਾਨਕ ਬੇਪਰਵਾਹਾ। ਪਰਵਾਹ ਉਸਨੂੰ ਨਾ ਗਰੀਬ ਦੀ ਨਾ ਅਮੀਰ ਦੀ। ਸਭਨਾਂ ਦੀਆਂ ਝੋਲੀਆਂ ਉਹ ਭਰਦਾ ਹੈ। ਸਾਰੀ ਕਾਇਨਾਤ ਨੂੰ ਹੁਕਮ ਵਿੱਚ ਚਲਾਉਂਦਾ ਹੈ, ਔਰ ਸਦਾ ਖੇੜੇ ਵਿੱਚ ਹੈ। ਪ੍ਰਫੁੱਲਤ ਰਹਿੰਦਾ ਹੈ। ਉਹ ਪ੍ਰਫੁੱਲਤ ਹੈ ਅਤੇ ਦੁਨੀਆ ਪ੍ਰਫੁੱਲਤ ਹੈ। ਸੋ ਇਸ ਗੱਲ ਦਾ ਖਿਆਲ ਰੱਖਿਓ। ਬੇਮੁਹਤਾਜਾ ਹੈ, ਸਭ 'ਤੇ ਹੁਕਮ ਉਹਦਾ ਹੀ ਚੱਲਦਾ ਹੈ। ਉਹਦੇ 'ਤੇ ਕੋਈ ਹੁਕਮ ਚਲਾਉਣ ਵਾਲਾ ਪੈਦਾ ਨਹੀਂ ਹੋਇਆ। ਦੂਸਰਾ ਉਹਦੇ ਤੁੱਲ ਨਾ ਕੋਈ ਹੈ, ਨਾ ਉਹਦਾ ਕੋਈ ਸ਼ਰੀਕ ਹੋ ਸਕਦਾ ਹੈ। ਸੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਅਕਾਲ ਪੁਰਖ ਦੀ ਅਗੰਮੀ ਵਡਿਆਈ ਇਸ ਪਾਵਨ ਬਾਣੀ ਵਿੱਚ ਬਿਆਨ ਕਰਦੇ ਨੇ। ਭੁੱਲ ਚੁੱਕ ਦੀ ਖਿਮਾ ਜੀ। ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।